ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸੇ ਫਤਿਹ ਜੀ। ਅੱਜ ਆਪਾਂ ਤੀਸਰੀ ਪਾਤਸ਼ਾਹੀ ਦੇ ਜਿਹੜੇ ਸ੍ਰੀ ਰਾਗ ਦੇ ਵਿੱਚ ਸ਼ਬਦ ਲੈ ਰਹੇ ਹਾਂ। 35 ਅੰਕ ਤੋਂ ਸ਼ੁਰੂ ਕਰਾਂਗੇ ਥੱਲਿਓਂ। 23ਵਾਂ ਸ਼ਬਦ ਲੈ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 23ਵਾਂ ਸ਼ਬਦ ਲੈ ਰਹੇ ਹਾਂ। 31 ਸ਼ਬਦਾਂ ਦੀ ਲੜੀ ਹੈ ਸ੍ਰੀ ਰਾਗ ਦੇ ਵਿੱਚ। ਮਹਾਰਾਜ ਮਿਹਰ ਕਰਨ, ਇਹ ਗਿਆਨ ਜਿਹੜਾ ਹੈਗਾ ਆਪਾਂ ਨੂੰ ਦੇਣ, ਔਰ ਆਪਾਂ ਇਸ ਗਿਆਨ ਦੇ ਵਿੱਚੋਂ ਜਿਹੜਾ ਹੈਗਾ ਉਹ ਸ਼ਬਦ ਨੂੰ ਬੁੱਝੀਏ, ਔਰ ਸ਼ਬਦ ਨੂੰ ਬੁੱਝ ਕੇ ਜਿਹੜਾ ਹੈਗਾ ਸ਼ਬਦ ਦੀ ਕਮਾਈ ਕਰਕੇ, ਸ਼ਬਦ ਦੇ ਨਾਲ ਜੁੜ ਕੇ ਜਿਹੜਾ ਹੈਗਾ ਆਪਣੀ ਯਾਤਰਾ ਸਫਲ ਕਰ ਸਕੀਏ। ਇਹੀ ਜਿਹੜਾ ਹੈਗਾ ਉਪਰਾਲਾ ਹੈ ਜੀ। ਅੰਗ 35 ਰਾਗ ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਾਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ। सत संगति सदा मिल रहे सच्चे के गुण सार। दुबदा मैल चुकाईन हर राख्या और तार। सच्ची बाणी सच मने सच्चे नाल प्यार। अपना भाव तिन पायन जिन गुर का शब्द विचार। ਹੁਣ ਇੱਥੇ ਜਿਹੜਾ ਹੈਗਾ, ਜੇ ਆਪਾਂ ਇਸ ਨੂੰ ਜਿਹੜਾ ਹੈਗਾ ਧਿਆਨ ਨਾਲ ਦੇਖੀਏ ਤੇ ਇੱਥੇ ਗੁਰ ਕਾ ਸ਼ਬਦ ਵਿਚਾਰ ਲਿਖਿਆ ਹੋਇਆ ਹੈ। ਗੁਰ ਕਾ ਸ਼ਬਦ ਵਿਚਾਰ। ਆਜੋ ਪਿਆਰਿਓ, 35 ਅੰਕ ਤੋਂ ਸ਼ੁਰੂ ਕਰ ਰਹੇ ਹਾਂ। 23ਵਾਂ ਸ਼ਬਦ ਹੈਗਾ ਸ੍ਰੀ ਰਾਗ ਦਾ, ਤੀਸਰੀ ਪਾਤਸ਼ਾਹੀ ਦਾ। ਆਪਣਾ ਭਾਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ। ਆਪਣਾ ਭਾਉ, ਭਾਉ ਮਤਲਬ ਡਰ, ਮਾਲਕ ਦਾ ਡਰ। ਆਪਣਾ ਭਾਉ ਤਿੰਨ ਪਾਇਨ, ਉਹਨਾਂ ਦੇ ਵਿੱਚ ਪਾਇਆ, ਪਾਉਂਦਾ ਹੈ ਮਾਲਕ ਪਰਮਾਤਮਾ। ਜਿਨ ਗੁਰ ਕਾ ਸ਼ਬਦ ਵਿਚਾਰ, ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਜਿਹੜਾ ਹੈਗਾ, ਜਿਨ੍ਹਾਂ ਦੇ ਵਿਚਾਰਾਂ ਵਿੱਚ ਹੁੰਦਾ, ਜਿਹੜੇ ਗੁਰੂ ਦੇ ਸ਼ਬਦ ਦਾ ਵਿਚਾਰ ਕਰਦੇ ਆ। ਹੁਣ ਗੁਰੂ ਦੇ ਤਾਂ 1430 ਅੰਗ ਹੈਗੇ, ਉਹਦੇ ਵਿੱਚ ਕਿੰਨੇ ਸ਼ਬਦ ਹੈਗੇ ਆ, ਫਿਰ ਗੁਰ ਕੇ ਸ਼ਬਦ ਕਿਉਂ ਨਹੀਂ ਲਿਖਿਆ? ਗੁਰ ਕਾ ਸ਼ਬਦ ਕਿਉਂ ਲਿਖਿਆ? ਬਸ ਇੱਥੇ ਹੈਗੀ ਕੁੰਡੀ ਪਾਈ। ਜੇ ਆਪਾਂ ਫੜ ਲਾਂਗੇ ਤੇ ਗੇਮ ਨੂੰ ਜਿੱਤ ਜਾਵਾਂਗੇ, ਜੇ ਇੱਥੇ ਬਾਦ ਵਿਵਾਦ ਕਰਾਂਗੇ ਤੇ ਫਿਰ ਜਿਹੜਾ ਹੈਗਾ ਆਪਾਂ ਨਹੀਂ ਨਿਕਲ ਸਕਦੇ ਭਾਈ। ਕਿਉਂਕਿ ਭਾਉ ਹੀ ਨਹੀਂ ਹੈਗਾ, ਪਰਮੇਸ਼ਰ ਦਾ ਡਰ ਹੀ ਨਹੀਂ ਹੈ, ਪਰਮੇਸ਼ਰ ਹਾਜ਼ਰ ਨਾਜ਼ਰ ਹੀ ਨਹੀਂ ਸਮਝਾਂਗੇ ਆਪਾਂ, ਤੇ ਅਵਗੁਣ ਕਿਵੇਂ ਛੱਡਾਂਗੇ ਆਪਾਂ? ਆਪਣਾ ਭਾਉ ਤਿੰਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ। ਜਿੱਥੇ ਇਸ ਤਰ੍ਹਾਂ ਵੀ ਲਿਖ ਸਕਦੇ ਸੀ, ਬਾਣੀ ਜਿਹੜੀ ਹੈਗੀ ਆ, ਜਿਨ ਗੁਰਮਤ, ਜਿਨ ਗੁਰਮਤ ਵਿਚਾਰ, ਗੁਰੂ ਦੀ ਮੱਤ ਦਾ ਵਿਚਾਰ, ਇਸ ਤਰ੍ਹਾਂ ਵੀ ਲਿਖ ਸਕਦੇ ਸੀਗੇ। ਸਤਿਗੁਰ ਮੱਤ ਵਿਚਾਰ, ਐਵੇਂ ਵੀ ਲਿਖਿਆ ਜਾ ਸਕਦਾ ਸੀਗਾ। ਆਪਣਾ ਭਾਉ ਤਿੰਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ, ਇੱਥੇ ਤਾਂ ਇਸ ਤਰ੍ਹਾਂ ਲਿਖਿਆ ਹੋਇਆ ਭਾਈ, ਗੁਰ ਕਾ ਲਿਖਿਆ ਹੋਇਆ ਆ, ਸ਼ਬਦ ਫਿਰ ਇੱਕੋ ਹੀ ਹੈਗਾ, ਔਰ ਉਹਦੀ ਵਿਚਾਰ ਕਰਨੀ ਆ। ਇਹ ਸਾਰੀ ਦੀ ਸਾਰੀ ਬਾਣੀ ਜਿਹੜੀ ਹੈਗੀ ਆ, ਇੱਕ ਵਾਰੀ ਫਿਰ ਆਪਾਂ ਦੱਸ ਦਈਏ, ਕਬੀਰ ਜੀ ਜਿਹੜੇ ਹੈਗੇ, ਉਹਨਾਂ ਨੇ 52 ਅੱਖਰੀ ਲਿਖੀ ਆ। ਉਹਦੇ ਵਿੱਚ ਜਿਹੜੇ ਹੈਗੇ ਆ, ਉਹਨਾਂ ਨੇ ਲਿਖਿਆ ਆ, ਮੈਂ ਡਿਸਪਲੇ ਕਰ ਦੇਣਾ ਹੈ। ਉਹਨਾਂ ਨੇ ਲਿਖਿਆ ਕਿ
52 अक्षर लोक त्रै सब कुछ इन्हीं माहे। ਜੇ ਕਿਸੇ ਨੇ ਦੇਖਣਾ ਹੋਏ ਤੇ ਆਪਾਂ 340 ਤੇ ਹੈਗੇ ਆ, ਪਰ ਆਪਾਂ ਨੇ ਸਿਰਫ ਜਿਹੜਾ ਹੈਗਾ ਇਹ ਦੋ ਹੀ ਲੈਣੇ ਆ ਦੁਬਾਰਾ। ਇਹਨਾਂ ਦੇ ਦੋ ਜਿਹੜੇ ਹੈਗੇ ਸਟਾਰਟ ਦਾ ਪਹਿਲਾ ਤੇ 45ਵਾਂ। 52 ਅਛਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ। ਕਹਿੰਦੇ ਸਾਰੀ ਸ੍ਰਿਸ਼ਟੀ ਜੋ ਮਾਲਕ ਪਰਮਾਤਮਾ ਨੇ ਬਣਾਈ ਆ, ਸਾਰਾ ਸ੍ਰਿਸ਼ਟੀ ਦੀ ਜਾਣਕਾਰੀ, ਸਾਰਾ ਲੋਕਾਂ ਦਾ ਜਿਹੜਾ ਹੈਗਾ ਬੋਲੀ, ਲੋਕਾਂ ਦੀ ਤਰੱਕੀ, ਸਾਰਾ ਕੁਛ ਇਹਨਾਂ ਅੱਖਰਾਂ ਦੇ ਵਿੱਚ ਹੈਗਾ। 52 ਅਛਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ। ਸਾਰਾ ਗਿਆਨ, ਸਾਰੇ ਗ੍ਰੰਥ, ਸਾਰਾ ਇਹਨਾਂ ਦੇ ਵਿੱਚ ਅੱਖਰਾਂ ਦੇ ਵਿੱਚ ਹੈਗਾ। ਇਹ 52 ਅੱਖਰਾਂ ਦੇ ਦੁਆਰਾ ਹੈਗਾ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੇ ਨਾ ਹੈ। ਕਹਿੰਦੇ ਇਹ ਅੱਖਰ ਖਿਰ ਜਾਣਗੇ ਭਾਈ, ਇਹ ਅੱਖਰ ਨਸ਼ਟ ਹੋ ਜਾਣਗੇ। ਇਹ ਅੱਖਰ, ਕਿਉਂਕਿ ਜਦ ਸ੍ਰਿਸ਼ਟੀ ਜਿਹੜੀ ਹੈਗੀ ਆ, ਜਦ ਪਰਲੇ ਆਈ, ਸ੍ਰਿਸ਼ਟੀ ਨਸ਼ਟ ਹੋ ਗਈ, ਮਾਲਕ ਪਰਮਾਤਮਾ ਨੇ ਸਮੇਟ ਲਈ ਸ੍ਰਿਸ਼ਟੀ। ਫਿਰ ਦੱਸ ਦੋ ਕਿਹੜੇ ਅੱਖਰ ਰਹਿ ਜਾਣਗੇ ਭਾਈ, ਕਿਹੜਾ ਗ੍ਰੰਥ ਰਹਿ ਜਾਊਗਾ, ਕਿਹੜੇ ਲੋਕੀ ਰਹਿ ਜਾਣਗੇ, ਕਿਹੜਾ ਗਿਆਨ ਰਹਿ ਜਾਏਗਾ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੇ ਨਾ ਹੈ। ਕਹਿੰਦੇ ਉਹ ਅੱਖਰ ਨਹੀਂ ਹੈਗੇ ਇਹਦੇ ਵਿੱਚ ਭਾਈ, ਉਹ ਅੱਖਰ ਨਹੀਂ ਹੈਗੇ ਜਿਹੜੇ ਨਹੀਂ ਖਿਰਨ ਵਾਲੇ ਅੱਖਰ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੇ ਨਾ ਹੈ, ਉਹ ਅੱਖਰ ਇਹਦੇ ਵਿੱਚ ਨਹੀਂ ਹੈਗਾ। ਹੁਣ ਜਿਹੜਾ ਆਖਰੀ ਦੇ ਵਿੱਚ ਕਬੀਰ ਸਾਹਿਬ ਦਾ ਆਖਰੀ ਜਿਹੜਾ ਹੈਗਾ 52 ਅੱਖਰਾਂ ਦਾ ਆਖਰੀ ਜਿਹੜਾ ਹੈਗਾ, ਆਖਰੀ ਦੇ ਵਿੱਚ ਮਹਾਰਾਜ ਕੀ ਕਹਿ ਰਹੇ ਕਬੀਰ ਜੀ, ਉਹ ਕਹਿੰਦੇ ਆ 52 ਅੱਖਰ ਜੋਰੇ ਆਨ। ਇਹ ਹੈਗਾ 45ਵਾਂ ਨੰਬਰ ਆਖਰੀ। 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਕਹਿੰਦੇ 52 ਅੱਖਰ ਜਿਹੜੇ ਹੈਗੇ ਆ, ਜੋੜ ਕੇ ਤਰ੍ਹਾਂ ਦੇ ਜਿਹੜੇ ਹੈਗੇ ਆ ਸ਼ਬਦ, ਤਰ੍ਹਾਂ ਦੇ ਗੀਤਾਂ ਦੇ ਵਿੱਚ, ਸ਼ਬਦਾਂ ਦੇ ਵਿੱਚ, ਪੋਇਟਰੀ ਦੇ ਵਿੱਚ ਕੋਸ਼ਿਸ਼ ਕੀਤੀ ਕਿ ਉਹ ਅੱਖਰ ਜਿਹੜਾ ਹੈਗਾ ਉਹਨੂੰ ਡਿਫਾਈਨ ਕੀਤਾ ਜਾ ਸਕੇ, ਉਹਦਾ ਗਿਆਨ ਦਿੱਤਾ ਜਾ ਸਕੇ। ਪਰ ਅਫਸੋਸ, ਸਕਿਆ ਨਾ ਅੱਖਰ ਏਕ ਪਛਾਣ। ਕਹਿੰਦੇ ਉਹ ਅੱਖਰ ਨਹੀਂ ਪਛਾਣ ਸਕਿਆ ਇਨਸਾਨ। ਇਹ ਗਿਆਨ ਲੈਣ ਵਾਲਾ, ਇਹ ਪੜ੍ਹਾਈ ਕਰਨ ਵਾਲਾ, ਇਹ ਗਿਆਨ ਨੂੰ ਵਿਚਾਰਨ ਵਾਲਾ, ਇਹਦਾ ਕੀਰਤਨ ਕਰਨ ਵਾਲਾ, ਇਹਨੂੰ ਗਾਉਣ ਵਾਲਾ, ਇਹਦਾ ਪਾਠ ਕਰਨ ਵਾਲਾ, 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਔਰ ਜੇ ਕਹੀਏ ਨਾ, ਇਹ ਕਬੀਰ ਜੀ ਦਾ ਜਿਹੜਾ ਹੈਗਾ, ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈਗਾ ਭਾਈ। ਇਹ 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। 1430 ਅੰਗ ਜਿਹੜੇ ਹੈਗੇ ਆ, ਇਸੇ ਅੱਖਰ ਦੀ ਪਛਾਣ ਕਰਾਉਣ ਵਾਸਤੇ ਮਹਾਰਾਜ ਨੇ ਜਿਹੜੇ ਹੈਗੇ 1430 ਅੰਗ, ਇੰਨੇ ਸ਼ਬਦ ਇਹਦੇ ਵਿੱਚ ਪਾਏ। ਪਰ ਆ ਕਬੀਰ ਜੀ ਦੇ ਜਿਹੜੇ ਹੈਗੇ ਆ ਲਾਈਨ ਫਿਰ ਜਿਹੜੀ ਹੈਗੀ ਉਹ ਢੁਕਦੀ ਹੈ ਇਹਦੇ ਉੱਤੇ। 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਤ ਹੋਏ ਸੋ ਅਨ ਪੈ ਰਹੈ। ਕਹਿੰਦੇ ਸਤ ਦਾ ਸ਼ਬਦ ਆ ਭਾਈ। ਕਬੀਰ ਜੀ ਕਹਿ ਰਹੇ ਮੈਂ ਤਾਂ ਦੱਸ ਰਿਹਾ ਭਾਈ, ਇਹੀ ਸਤ ਦਾ ਸ਼ਬਦ ਹੈਗਾ ਭਾਈ, ਇਹੀ ਬਾਣੀ ਹੈਗੀ ਆ, ਇਸੇ ਦੇ ਨਾਲ ਯਾਤਰਾ ਹੋਣੀ ਆ। ਪੰਡਿਤ ਹੋਏ ਸੋ ਅਨ ਪੈ ਰਹੈ। ਜੇ ਕੋਈ ਗਿਆਨੀ ਹੋਏਗਾ ਤਾਂ ਇਹਦਾ ਅਨੁਭਵ ਕਰ ਲਏਗਾ। ਅਨੁਭਵ ਦੇ ਨਾਲ ਮਿਲਣਾ ਹੈ ਭਾਈ, ਅੱਖਰਾਂ ਦੇ ਵਿੱਚ ਨਹੀਂ ਲੱਭ ਸਕਦਾ, ਅੱਖਰਾਂ ਦੇ ਵਿੱਚ ਇਹਨੂੰ ਨਹੀਂ ਬੰਦ ਕੀਤਾ ਜਾ ਸਕਦਾ। ਸੌਰੀ, ਅੱਖਰਾਂ ਦੀ ਲਿਮਿਟੇਸ਼ਨ ਹੈਗੀ, ਅੱਖਰਾਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ। 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਣ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਤ ਹੋਏ ਸੋ ਅਨ ਪੈ ਰਹੈ। ਜੇ ਕੋਈ कैमरा बंद कर देने जी। सत का शब्द कबीरा कहे, पंडित होए सो अन पै रहै। कहते ਜਿਹੜਾ ਕੋਈ ਪੰਡਤ ਗਿਆਨੀ ਹੋਊਗਾ,
ਅੰਦਰੋਂ ਗਿਆਨੀ ਹੋਊਗਾ ਭਾਈ, ਬਾਹਰਲਾ ਗਿਆਨੀ ਨਹੀਂ। ਇਹ ਅੱਖਰਾਂ ਦਾ ਗਿਆਨੀ ਨਹੀਂ, ਪ੍ਰੈਕਟੀਕਲ ਜਿਹੜਾ ਹੈਗਾ, ਪ੍ਰੈਕਟੀਕਲ ਕਰਨ ਵਾਲਾ ਗਿਆਨੀ, ਧਿਆਨ ਸਿਮਰਨ ਵਾਲਾ ਗਿਆਨੀ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਤ ਹੋਏ ਸੋ ਅਨ ਪਾਇ ਰਹੈ। ਉਹ ਅਨੁਭਵ ਕਰ ਲਏਗਾ ਉਸ ਅੱਖਰ ਨੂੰ। ਨਹੀਂ ਤਾਂ ਬਾਕੀ ਪੰਡਿਤ ਲੋਗਾਂ ਕੋ ਵਿਵਹਾਰ, ਬਾਕੀ ਜਿਹੜਾ ਹੈਗਾ, ਜਿਹੜੇ ਅੱਖਰਾਂ ਦਾ ਗਿਆਨ ਹੈਗਾ, ਜਿਹੜਾ ਇਹਨਾਂ ਨੇ ਵੀ ਆਹ ਬਾਣੀ ਕਹਿੰਦੀ ਆ, ਆਹ ਇਹ ਕਹਿੰਦੇ ਆ, ਆਹ ਗੀਤਾ ਕਹਿੰਦੀ ਆ, ਆਹ ਕੁਰਾਨ ਕਹਿੰਦੀ ਆ। ਪੰਡਤ ਲੋਗਾਂ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਕਹਿੰਦੇ ਗਿਆਨਵੰਤ ਜਿਹੜਾ ਹੈਗਾ ਉਹਨੂੰ ਤਤ ਸਾਰ ਲੈ ਲੈਣਾ ਭਾਈ, ਕੀ ਐਕਸ਼ਨ ਹੈਗਾ, ਕੀ ਮਤਲਬ ਹੈਗਾ, ਕੀ ਕੰਮ ਕਰਨ ਵਾਲਾ ਹੈਗਾ। ਗਿਆਨਵੰਤ ਕੋ ਤਤ ਵਿਚਾਰ, ਜਾ ਕੇ ਜੀ ਜੈਸੀ ਬੁੱਧ ਹੋਈ। ਆਖਰੀ ਦੇ ਵਿੱਚ ਕਬੀਰ ਜੀ ਕਹਿੰਦੇ ਭਾਈ ਹੁਣ ਮੇਰਾ ਕੰਮ ਤਾਂ, ਮੈਂ ਤਾਂ ਕੋਸ਼ਿਸ਼ ਕਰਕੇ ਦੇਖ ਲਈ, ਪੂਰੀ ਕੋਸ਼ਿਸ਼, ਦਿਲੋਂ ਕੋਸ਼ਿਸ਼ ਕੀਤੀ ਆ ਭਾਈ, ਦਿਲੋਂ ਕੋਸ਼ਿਸ਼ ਕੀਤੀ ਆ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਜੇ ਜੀ ਬੁੱਧੀ ਹੋਊਗੀ ਭਾਈ, ਕਬੀਰ ਜੀ ਕਹਿੰਦੇ ਆ, ਉਹ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਜਾਣ ਲਏਗਾ ਭਾਈ। ਜੇ ਜੀ ਬੁੱਧੀ ਹੈਗੀ, ਜਿਹਦੀ ਬੁੱਧੀ ਹੈਗੀ ਵਿਵੇਕ ਬੁੱਧੀ, ਉਹ ਅੱਖਰ ਨੂੰ ਬੁੱਝ ਲਏਗਾ ਔਰ ਪ੍ਰੈਕਟੀਕਲ ਕਰਕੇ ਅੱਖਰ ਦੇ ਦੁਆਰਾ, ਇਸ ਸ਼ਬਦ ਦੇ ਦੁਆਰਾ। ਕਬੀਰ ਸਾਹਿਬ, ਹਾਂਜੀ ਕੀ ਕਹਿ ਰਹੇ ਜੀ? ਚਿਰੰਜੀਵ ਜੀ ਤੁਹਾਡੀ ਆਵਾਜ਼ ਬੰਦ ਹੋ ਗਈ। ਜਾਂਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਕਹਿੰਦੇ ਜਿਹਦੀ ਬੁੱਧੀ ਭਾਈ ਜਿਸ ਤਰ੍ਹਾਂ ਦੀ ਹੈ, ਕਿਸੇ ਦੀ ਜਿਹਦੀ ਕੋਲ ਵਿਵੇਕ ਬੁੱਧੀ ਹੈਗੀ ਆ, ਜਿਹਨੇ ਗੁਰੂ ਦੀ ਮੱਤ ਦੇ ਦੁਆਰਾ ਵਿਚਾਰ ਲਿਆ, ਉਹ ਅੱਖਰ ਨੂੰ ਬੁੱਝ ਜਾਏਗਾ ਭਾਈ। ਜਿਹਨੇ ਖਾਲੀ ਇਹਨੂੰ ਭਾਜੀ ਤਤ ਵਸਤੂ ਤਾਂ ਇਹ ਕਹਿਣ ਦਾ ਕਿ ਮਤਲਬ ਜਿਹੜਾ ਅੱਖਰ ਆ ਉਹ ਸ਼ਬਦਾਂ 'ਚ ਨਹੀਂ, ਹਾਂ ਸ਼ਬਦਾਂ ਦੇ ਵਿੱਚ ਨਹੀਂ ਹੈਗਾ ਭਾਜੀ। ਕਬੀਰ ਸਾਹਿਬ ਇਹ ਕਹਿੰਦੇ ਆ ਕਿ 52 ਅੱਖਰਾਂ ਦੇ ਜੋੜ ਦੇ ਨਾਲ ਵੀ ਉਹ ਅੱਖਰ ਨੂੰ ਪੁਕਾਰਿਆ ਨਹੀਂ ਜਾ ਸਕਦਾ। ਬਿਲਕੁਲ ਸਹੀ ਆ ਕਬੀਰ ਸਾਹਿਬ। ਕੀ ਮੈਂ ਤਾਂ ਕਹਿੰਦਾ 1430 ਅੰਗ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੇ ਵਿੱਚ ਵੀ ਨਹੀਂ ਬੰਦ ਕੀਤਾ ਜਾ ਸਕਿਆ। ਉਹ ਅੱਖਰ ਜਿਹੜੇ ਹੈਗੇ ਬੋਲੀ ਦੇ ਨਾਲ, ਅੱਖਰਾਂ ਦੇ ਨਾਲ ਉਸ ਸ਼ਬਦ ਨੂੰ ਨਹੀਂ ਦੱਸਿਆ ਜਾ ਸਕਦਾ। ਬਸ ਉਸ ਧੁਨ ਨੂੰ ਨਹੀਂ ਫੜਿਆ ਜਾ ਸਕਦਾ ਭਾਈ। ਉਹ ਧੁਨ ਜਿਹੜੀ ਹੈਗੀ ਉਹ ਪਰਮੇਸ਼ਰ ਦੇ ਦਰ ਤੋਂ ਆ ਰਹੀ ਹੈ, ਉਹਨੂੰ ਆਪਾਂ ਨਹੀਂ ਫੜ ਸਕਦੇ। ਉਹਨੂੰ ਅੱਖਰਾਂ ਦੇ ਦੁਆਰਾ ਨਹੀਂ ਫੜਿਆ ਜਾ ਸਕਦਾ। ਉਹਨੂੰ ਜੋ ਗੁਰੂ ਕਹਿ ਰਿਹਾ, ਜੋ ਗਿਆਨ ਕਹਿ ਰਿਹਾ ਆ, ਉਸ ਦੇ ਅਨੁਸਾਰ ਜਿਹੜਾ ਚੱਲ ਕੇ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਉਹੀ ਜਾਣੂਗਾ ਭਾਈ, ਬਾਕੀ ਨਹੀਂ ਜਾਣ ਸਕਦੇ। ਇਸ ਕਰਕੇ ਆਪਾਂ ਵਾਪਸ ਉੱਥੇ ਆਈਏ। ਆਪਣਾ ਭਾਉ ਤਿੰਨ ਪਾਇਨ। ਅਸੀਂ ਵਾਪਸ ਜਿਹੜੇ ਹੈਗੇ ਆ 35 ਅੰਕ ਤੇ ਆ ਗਏ ਆ ਜੀ। ਆਪਣਾ ਭਾਉ ਤਿੰਨ ਪਾਇਨ, ਜਿਨ ਗੁਰ ਕਾ ਸ਼ਬਦ ਵਿਚਾਰ। ਹੁਣ ਦੇਖ ਲਓ ਭਾਈ, ਇਹ ਗੁਰ ਕਾ ਸ਼ਬਦ, ਗੁਰ ਕਾ ਆ ਗਿਆ ਇੱਥੋਂ, ਜਿਹੜਾ ਹੈਗਾ ਜਿਹੜੀ ਹੈਗੀ ਗੁਰਮਤ ਆ ਗਈ ਸਾਰੀ ਦੀ ਸਾਰੀ ਇੰਨੇ ਦੇ ਵਿੱਚ। ਉਹ ਸ਼ਬਦ ਜਿਹੜਾ ਹੈਗਾ ਉਹ ਅਲੱਗ ਹੈਗਾ। ਗੁਰ ਕਾ ਸ਼ਬਦ, ਜਿਹੜਾ ਗੁਰੂ ਜਿਹੜਾ ਹੈਗਾ ਇਸ ਸ਼ਬਦ ਦੇ ਬਾਰੇ ਗੱਲ ਕਰ ਰਿਹਾ ਹੈ ਭਾਈ। ਇਹਨੂੰ ਵਿਚਾਰ ਕਰਨਾ ਆ, ਕਿਉਂਕਿ ਅੱਖਰਾਂ ਦੇ ਵਿੱਚ ਹੈ ਨਹੀਂ ਗਾ। ਇਹ ਗੁਰ ਕਾ ਆ ਗਿਆ, ਇਹਦੇ ਵਿੱਚ ਪੂਰੀ ਗੁਰ ਕਾ ਦਾ ਮਤਲਬ ਗੁਰੂ ਦੀ ਮੱਤ। ਗੁਰੂ ਦੀ ਮੱਤ ਜਿਹੜੇ ਸ਼ਬਦ ਨੂੰ ਕਹਿ ਰਹੀ ਆ, ਉਹਨੂੰ ਵਿਚਾਰ ਲਿਆ ਜਿਸਨੇ ਉਹਨੂੰ ਬੁੱਝ ਲਿਆ, ਜਿਹੜਾ ਉਸ ਧੁਨ ਨੂੰ ਫੜ ਲਿਆ ਜਿਹਨੇ, ਉਹ ਵਿਚਾਰ ਮੰਡਲ ਤੋਂ ਅੱਗੇ ਨਿਕਲ ਜਾਏਗਾ ਭਾਈ। ਆਪਣਾ ਭਾਉ ਤਿੰਨ ਪਾਇਨ, ਜਿਨ ਗੁਰ ਕਾ ਸ਼ਬਦ ਵਿਚਾਰ। ਸਤ ਸੰਗਤੀ ਸਦਾ ਮਿਲ ਰਹੇ, ਸੱਚੇ ਕੇ ਗੁਣਸਾਰ। ਉਹ ਫਿਰ ਸਤ ਸੰਗਤ ਦੇ ਵਿੱਚ ਹਮੇਸ਼ਾ ਮਿਲਿਆ ਰਹੂਗਾ ਔਰ ਸੱਚੇ ਮਾਲਕ ਪਰਮਾਤਮਾ ਦੇ ਗੁਣ, ਸਾਰ ਗੁਣ ਜਿਹੜੇ ਹੈਗੇ, ਸਾਰ ਗੁਣ ਸ਼ਬਦ ਹੈਗਾ ਔਰ ਬਾਕੀ ਗੁਣ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਉਹ ਆਪਣੇ ਵਿੱਚ ਲਈ ਜਾਊਗਾ, ਗੁਣ ਗ੍ਰਹਿਣ ਕਰੀ ਜਾਊਗਾ, ਔਗਣ ਆਟੋਮੈਟਿਕਲੀ ਜਾਂਦੇ ਜਾਣਗੇ। ਦੁਬਦਾ ਮੈਲ ਚੁਕਾਈਨ। ਆ ਦੁਬਦਾ ਜਿਹੜੀ ਡੁਆਲਿਟੀ ਜਿਹੜੀ ਹੈਗੀ, ਜੋ ਮਾਲਕ ਨੇ ਖੇਡ ਪਾਈ ਹੈ, ਜੋ ਸੰਸਾਰ ਚਮਕਦਾ ਦਿਸਦਾ ਹੈ, ਇਹਦੀ ਖਿੱਚ, ਇਹ ਚੋਗਾ, ਇਹ ਚੁੱਕ ਜਾਏਗਾ। ਕਹਿੰਦੇ ਹਰ ਰਾਖਿਆ ਔਰ ਧਾਰ,
ਉਹਦੇ ਵਿੱਚ ਪਰਮੇਸ਼ਰ ਆ ਜਾਏਗਾ ਉਹਦੇ ਹਿਰਦੇ ਦੇ ਵਿੱਚ, ਕਿਉਂਕਿ ਧੁਨ ਆ ਗਈ, ਧੁਨ ਫੜੀ ਗਈ ਤੇ ਉਹਦੇ ਵਿੱਚ ਧਿਆਨ ਲੱਗ ਗਿਆ। ਧੁਨ ਮੈਂ ਧਿਆਨ ਮੈਂ ਜਾਣਿਆ, ਨਾਨਕ ਅਕਥ ਕਹਾਣੀ। ਅਕਥ ਫਿਰ ਕਹਿ ਰਹੇ ਮਹਾਰਾਜ, ਦੇਖ ਲਓ, ਕਹਿੰਦੇ ਕਥੀ ਨਹੀਂ ਜਾ ਸਕਦੀ ਭਾਈ, ਇਟ ਕੈਨ ਨਾਟ ਬੀ ਡਿਫਾਈਨਡ। ਬਾਣੀ ਜਿਹੜੀ ਹੈਗੀ ਦੇਖੋ, ਚਾਰ ਸਪੇਰਿਓਂ ਜਿਹੜੀ ਹੈ ਇਹੀ ਗੱਲ ਬਾਣੀ ਬੁਝਾਉਣ ਦੀ ਕੋਸ਼ਿਸ਼ ਕਰਦੀ ਆ। ਇਹਦੇ ਨਾਲ ਹੀ ਮੈਲ ਜਾਣੀ ਆ, ਇਹੀ ਹੈ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਲੈ ਕੇ ਜਾਣਾ। सत संगति सदा मिल रहे, सच्चे के गुणसार, दुबदा मैल चुकाईयन हर राख्या उरतार, सच्ची बाणी सच मने सच्चे नाल प्यार। आही हैगी भाई सच्ची बाणी, सच इस ही सच हैगा, क्योंकि वो तो महाराज ने क्या किया, ये अक्षर खिर जाएंगे, वो अक्षर इनमें ना है। सच्ची बाणी सच मने सच्चे नाल प्यार, ਸੱਚੇ ਨਾਲ ਪਿਆਰ ਆ ਭਾਈ, ਇਹਦੇ ਨਾਲ ਹੀ ਪਿਆਰ ਪੈਣਾ ਹੈ ਮਾਲਕ ਪਰਮਾਤਮਾ ਦੇ ਨਾਲ, ਇਹਦੇ ਨਾਲ ਹੀ ਯਾਤਰਾ ਹੋਣੀ ਆ, ਇਹਦੇ ਨਾਲ ਹੀ ਆਪਾਂ ਨੇ ਸੱਚਾ ਬਣਨਾ ਹੈਗਾ। ਸੱਚੀ ਬਾਣੀ ਦਾ ਮਤਲਬ ਬੋਲੀ ਨਹੀਂ, ਸੱਚੀ ਬਾਣੀ ਦਾ ਮਤਲਬ ਸੱਚਾ ਬਣਾਉਣ ਵਾਲੀ ਜਿਹੜਾ ਹੈਗੇ, ਇਹ ਸੱਚੇ ਬਣਾਉਣ ਵਾਲੀ ਜਿਹੜੀ ਹੈਗੀ ਆ ਇਹ ਸ਼ਬਦ। ਸੱਚੀ ਬਾਣੀ ਸੱਚ ਮਨੇ, ਇਹ ਗੁਰੂ ਹੈ ਆਪਣਾ, ਇਹਨੇ ਗਾਈਡ ਕਰਨਾ, ਇਹਨੇ ਲੈ ਕੇ ਜਾਣਾ ਹੈ ਆਪਾਂ ਨੂੰ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੱਚੀ ਬਾਣੀ ਸੱਚ ਮਨੇ ਸੱਚੇ ਨਾਲ ਪਿਆਰ, ਮਨ ਮੇਰੇ ਹਉਮੈ ਮੈਲ ਪਰਨਾਲ। ਦੇਖ ਮੇਰੇ ਮਨਾ, ਪਰਨਾਲ ਦਾ ਮਤਲਬ ਹੁੰਦਾ ਹੈ ਸਮੁੰਦਰ। ਦੇਖ ਮੇਰੇ ਮਨਾ, ਤੂੰ ਜਿੱਥੇ ਆਇਆ ਨਾ ਦੁਨੀਆ ਦੇ ਵਿੱਚ, ਇਹ ਮੈਲ ਦਾ ਸਮੁੰਦਰ ਹੈਗਾ ਭਾਈ। ਮਨ ਮੇਰੇ ਹਉਮੈ ਮੈਲ ਪਰਨਾਲ, ਹਰ ਨਿਰਮਲ ਸਦਾ ਸੋਹਣਾ, ਸ਼ਬਦੇ ਸਵਾਰਨਹਾਰ ਰਹਾਓ। ਪਰਮਾਤਮਾ ਨਿਰਮਲ ਹੈਗਾ ਔਰ ਸੋਹਣਾ ਹੈਗਾ, ਸਦਾ ਹੀ ਸੋਹਣਾ ਹੈਗਾ ਮਾਲਕ ਪਰਮਾਤਮਾ। ਤੇ ਉਹਦੇ ਵਿੱਚ ਜੇ ਉਹਦੇ ਵਿੱਚ ਲੀਨ ਹੋਣਾ ਹੈ, ਬੂੰਦ ਨੇ ਸਾਗਰ 'ਚ ਮਿਲਣਾ ਹੈ, ਤੇ ਸ਼ਬਦ ਦੇ ਨਾਲ ਸਵਾਰਨਾ ਪੈਣਾ ਹੈ ਤੈਨੂੰ। ਆਪਣੀ ਮੈਲ ਜਿਹੜੀ ਹੈਗੀ ਕੱਢਣੀ ਪੈਣੀ ਹੈ ਭਾਈ, ਆਹ ਯਾਤਰਾ ਕਰਨੀ ਪਊਗੀ। ਉਹ ਸ਼ਬਦ ਜਿਹੜਾ ਗੁਰ ਕਾ ਸ਼ਬਦ ਵਿਚਾਰ, ਉਹਦੇ ਦੁਆਰਾ ਆਪਣੇ ਆਪ ਨੂੰ ਸਵਾਰਨਾ ਪੈਣਾ ਆ। ਹਰ ਨਿਰਮਲ ਸਦਾ ਸੋਹਣਾ, ਸ਼ਬਦੇ ਸਵਾਰਨਹਾਰ ਰਹਾਓ। ਬਾਣੀ ਜਿਹੜੀ ਹੈ ਨਾ ਕੜੀਆਂ ਵਾਂਗਰ ਖੁੱਲ ਜਾਏਗੀ, ਜੇ ਬਸ ਆਹ ਇੱਕ ਜਿਹੜੀ ਹੈਗੀ ਆ ਆਪਾਂ ਇਸ ਗੱਲ ਨੂੰ ਇਹਨੂੰ ਆਧਾਰ ਬਣਾ ਲਈਏ, ਔਰ ਇਸ ਤੋਂ ਬਾਅਦ ਬਾਣੀ ਨੂੰ ਜਿਹੜਾ ਹੈਗਾ ਇਹਦੇ ਅਨੁਸਾਰ ਜਿਹੜਾ ਹੈਗਾ ਬਾਣੀ ਨੂੰ ਆਪਾਂ ਬਾਣੀ ਨੂੰ ਜਿਹੜਾ ਹੈ ਵਿਚਾਰੀਏ। ਰਹਾਓ, ਸੱਚੇ ਸ਼ਬਦੇ ਮਨ ਮੋਹਿਆ, ਪ੍ਰਭ ਆਪੇ ਲਏ ਮਿਲਾਏ। ਲਓ ਦੇਖ ਲਓ, ਨੈਕਸਟ ਸਟੈਪ ਅੱਗੇ ਉਪਲਬਧੀ ਆਈ ਜਾ ਰਹੀ ਹੈ। ਇਸ ਸ਼ਬਦ ਦੇ ਵਿੱਚ ਮਨ ਮੋਹਿਆ ਗਿਆ, ਇਸ ਸੱਚੇ ਸ਼ਬਦ ਦੇ ਵਿੱਚ, ਤੇ ਪਰਮਾਤਮਾ ਆਪਣੇ ਨਾਲ ਆਪੇ ਮਿਲਾ ਲੈਂਦਾ ਹੈ ਆਪਣੇ ਨਾਲ। ਅਨਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ, ਔਰ ਅਨਦਿਨ ਆਹੀ ਕੰਮ ਕਰਨਾ ਹੈ, ਇਸੇ ਸ਼ਬਦ ਦੇ ਵਿੱਚ ਰਤਨਾ ਹੈ ਆਪਾਂ ਨੇ, ਇਹੀ ਨਾਮ ਵੱਲ ਨੂੰ ਯਾਤਰਾ ਹੈਗੀ ਆਪਣੀ। ਫਿਰ ਜੋਤੀ ਜੋਤ ਮਿਲਾਏ, ਬੂੰਦ ਸਾਗਰ ਦੇ ਵਿੱਚ ਮਿਲ ਜਾਂਦੀ ਹੈ ਭਾਈ, ਪਰਮਾਤਮਾ ਦੀ ਜੋਤ ਦੇ ਵਿੱਚ ਜਿਹੜੀ ਅਭਿਆਸੀ ਦੀ ਜੋਤ ਮਿਲ ਜਾਂਦੀ ਹੈ। ਅਨਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ, ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਕਹਿੰਦੇ ਜੋਤੀ ਦੇ ਨਾਲ ਹੀ ਪਰਮਾਤਮਾ ਨੇ ਦਿਸਣਾ ਹੈਗਾ, ਆਤਮਾ ਦੇ ਵਿੱਚ ਲੀਨ ਹੋਣਾ ਪਊਗਾ, ਆਤਮ ਪ੍ਰਕਾਸ਼ ਕਰਨਾ ਪਊਗਾ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਕਹਿੰਦੇ ਗੁਰੂ ਤੋਂ ਬਗੈਰ ਬੂਝ ਨਹੀਂ ਆਉਂਦੀ, ਗੁਰੂ ਤੋਂ ਬਗੈਰ ਸੋਝੀ ਨਹੀਂ ਆਉਂਦੀ। ਇੱਥੋਂ ਦੇਖ ਲਓ, ਇਹ ਸਤਿਗੁਰ ਕੀ ਹੈਗਾ, ਇਹ 1430 ਅੰਗ ਜਿਹੜੇ ਹੈਗੇ ਇਹ ਸਤਿਗੁਰੂ ਹੀ ਹੈਗਾ ਭਾਈ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਜਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨ ਆਏ। ਕਹਿੰਦੇ ਜਿਨ੍ਹਾਂ ਦੇ ਪਿਛਲੇ ਹੈਗੇ ਪੁੰਨ ਹੈਗੇ, ਜਿਨ੍ਹਾਂ ਨੇ ਕੀਤੇ ਹੋਏ ਪੁੰਨ,
ਜਿਹੜੀ ਜ਼ਮੀਨ ਜਿਹੜੀ ਹੈਗੀ ਥੋੜੀ ਬਹੁਤ ਜਿਹੜੀ ਹੈਗੀ ਜਿਹੜੀ ਉਪਜਾਊ ਹੋ ਚੁੱਕੀ ਹੈ, ਮਾਲਕ ਪਰਮਾਤਮਾ ਮਿਲਾ ਦਿੰਦਾ ਹੈ ਉਹਨਾਂ ਨੂੰ ਸਤਿਗੁਰੂ। ਜਿਨ ਕੋ ਪੂਰਬ ਲਿਖਿਆ ਕੀ ਹੈ? ਜਿਨ੍ਹਾਂ ਨੇ ਆਪ ਜਿਹੜੀ ਹੈਗੀ ਆ ਇਸ ਪਾਸੇ ਚੱਲਣਾ ਜਿਹੜਾ ਹੈਗਾ, ਇਸ ਪਾਸੇ ਜਿਹੜਾ ਹੈਗਾ ਸਤੋਗੁਣ ਦੇ ਵਿੱਚ ਜਿਹੜੀ ਹੈਗੀ ਯਾਤਰਾ ਥੋੜੀ ਬਹੁਤ ਕੀਤੀ ਹੈ, ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਮਾਲਕ ਸੈਟੀਸਫਾਈ ਹੋ ਗਿਆ। ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ, ਆਪਣੇ ਆਪ ਸਤਿਗੁਰੂ ਭੇਟ ਜਾਂਦਾ ਹੈ ਉਹਨਾਂ ਨੂੰ ਆ ਕੇ ਭਾਈ, ਉਹਨਾਂ ਨੂੰ ਮਾਲਕ ਆਪਣੇ ਆਪ ਜਿਹੜਾ ਹੈਗਾ ਸੰਗਤ ਮਿਲ ਜਾਂਦੀ ਹੈ। ਵਿਣ ਨਾਮ ਹੈ, ਤੀਸਰਾ ਬੰਦ ਆ ਗਿਆ, ਵਿਣ ਨਾਮ ਹੈ ਸਭ ਡੁੰਮਣੀ ਦੂਜੇ ਪਾਏ ਖੁਆਏ। ਹੁਣ ਦੇਖ ਲਓ, ਇਹ ਨਹੀਂ ਇਸ ਪਾਸੇ ਨਹੀਂ ਸ਼ਬਦ ਬੁੱਝਿਆ, ਨਹੀਂ ਸਤਿਗੁਰੂ ਦੀ ਮੱਤ ਲਈ ਤੇ ਨਾਮ ਵਾਲੇ ਪਾਸੇ ਨਹੀਂ ਯਾਤਰਾ ਕੀਤੀ। ਵਿਣ ਨਾਮ ਹੈ ਸਭ ਡੁੰਮਣੀ, ਡੁੰਮਣੀ ਮਤਲਬ ਦੋ ਮਣੀ ਦੁਬਿਧਾ। ਵਿਣ ਨਾਮ ਹੈ ਸਭ ਡੁੰਮਣੀ ਦੂਜੇ ਪਾਏ ਖੁਆਏ। ਦੂਜਾ ਭਾਵ ਹੈਗਾ ਬਸ ਮਾਇਆ ਜਿਹੜੀ ਹੈਗੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ, ਚਮਕਦੀ। ਵਿਣ ਨਾਮ ਹੈ ਸਭ ਡੁੰਮਣੀ ਦੂਜੇ ਪਾਏ ਖੁਆਏ, ਕਹਿੰਦੇ ਖੁਆਰ ਹੁੰਦਾ ਹੈ ਫਿਰ ਇਨਸਾਨ। ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਕਿੰਨਾ ਅਫਸੋਸ ਹੈ ਦੇਖੋ ਕਿ ਸਾਰਾ ਜੀਵਨ, ਸਾਰੀ ਰਹਿਣ ਜਿਹੜੀ ਦੁੱਖ ਦੇ ਵਿੱਚ ਗੁਜ਼ਰਦੀ ਹੈ ਇਨਸਾਨ ਦੀ, ਇੱਕ ਘੜੀ 24 ਮਿੰਟ ਵੀ ਕਹਿੰਦੇ ਆ ਨਹੀਂ ਜਿਉਂਦਾ ਹੋਇਆ ਇਨਸਾਨ, ਮੁਰਦੇ ਹੀ ਜਿਹੜਾ ਉਹਨੇ ਨੰਗਾ ਦਿੱਤੀ ਸਾਰੀ ਉਮਰ ਆਪਣੀ। ਤਿਸ ਬਿਨ ਘੜੀ ਨਾ ਜੀਵਦੀ, ਸਾਰੀ ਸ੍ਰਿਸ਼ਟੀ ਸਾਰੇ ਇਨਸਾਨ, ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਭਰਮੇ ਭੁਲਾਣਾ ਅੰਧਲਾ ਫਿਰ ਆਵੇ ਜਾਏ। ਕਹਿੰਦੇ ਅੰਨਾ ਹੈਗਾ ਭਾਈ, ਨਹੀਂ ਗਿਆਨ ਹੈਗਾ, ਨਹੀਂ ਗੁਰੂ ਦੀ ਮੱਤ ਹੈਗੀ, ਨਹੀਂ ਉਹ ਸ਼ਬਦ ਬੁੱਝਿਆ, ਭਰਮ ਦੇ ਵਿੱਚ ਭੁੱਲਿਆ ਹੋਇਆ ਆ, ਮਾਇਆ ਭੁਲੇਖਾ ਧੋਖਾ ਟਰੈਪ ਇਹਦੇ ਵਿੱਚ ਭੁੱਲਿਆ ਹੋਇਆ ਆ। ਅੰਨਾ ਹੈਗਾ, ਨਹੀਂ ਦਿਸ ਰਿਹਾ, ਹਨੇਰਾ ਹੈਗਾ, ਫਿਰ ਆਵੇ ਜਾਏ, ਬਾਰ ਆਉਂਦਾ ਜਾਂਦਾ ਹੈਗਾ। ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਜੇ ਕਿਤੇ ਉਹ ਮਾਲਕ ਪਰਮਾਤਮਾ ਮਿਹਰ ਕਰਦੇ, ਕਿਰਪਾ ਕਰਦੇ ਤੇ ਉਹ ਮਿਲਾ ਲੈਂਦਾ ਹੈ ਆਪਣੇ ਨਾਲ, ਗਿਆਨ ਦੇ ਦਿੰਦਾ ਹੈ, ਸਤਿਗੁਰੂ ਭੇਟ ਜਾਂਦੇ ਆ, ਸ਼ਬਦ ਪੁੱਜ ਲੈਂਦਾ ਹੈ। ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ। ਕਹਿੰਦੇ ਦੇਖ ਲਾ ਪਿਆਰਿਆ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰਾ ਕੁਝ ਸੁਣ ਰਿਹਾ ਹੈ ਤੇਰਾ, ਸਾਰਾ ਕੁਝ ਦੇਖ ਰਿਹਾ ਆ, ਉਹਨੂੰ ਕਿਵੇਂ ਮੁੱਕਰ ਸਕਦਾ ਹੈ ਪਿਆਰਿਆ, ਕਿਵੇਂ ਮੁੱਕਰ ਸਕਦਾ ਦੱਸ। ਸਭ ਕੁਝ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ। ਪਾਪੋ ਪਾਪ ਕਮਾਉਂਦੇ ਪਾਪੇ ਪਚੇ ਪਚਾਏ। ਪਰ ਅਗਿਆਨਤਾ ਦੇ ਵਸ ਹੋ ਕੇ ਇਨਸਾਨ ਜਿਹੜਾ ਹੈਗਾ ਮਾਲਕ ਨੂੰ ਨਹੀਂ ਹਾਜ਼ਰ ਨਾਜ਼ਰ ਸਮਝਦਾ। ਉੱਪਰ ਸਾਰਿਆਂ ਤੋਂ ਜਿਹੜਾ ਸ਼ਬਦ ਸ਼ੁਰੂ ਹੀ ਇੱਥੋਂ ਹੋਇਆ ਸੀਗਾ, ਆਪਣਾ ਭਾਉ ਤਿੰਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ। ਨਹੀਂ ਮਾਲਕ ਦਾ ਪੈ ਹੁੰਦਾ ਇਨਸਾਨ ਨੂੰ, ਨਹੀਂ ਉਹ ਸਭ ਕੁਝ ਸੁਣਦਾ ਵੇਖਦਾ, ਨਹੀਂ ਸਮਝਦੇ। ਸਭ ਕੁਝ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ। ਕਹਿੰਦੇ ਨਹੀਂ ਮੁੱਕਰ ਸਕਦਾ ਭਾਈ, ਪਾਪ ਕਰੇਗਾ, ਫਿਰ ਪਾਪ ਕਰਕੇ ਫਿਰ ਜਿਹੜਾ ਹੈਗਾ ਪਾਪੋ ਪਾਪ ਕਮਾਉਂਦੇ ਪਾਪੇ ਪਚੇ ਪਚਾਏ। ਪਾਪ ਹੀ ਪਾਪ ਕਰੀ ਜਾਂਦਾ ਹੈ ਔਰ ਫਿਰ ਪਾਪਾਂ ਦੇ ਵਿੱਚ ਹੀ ਪਚ ਜਾਂਦਾ ਹੈ, ਦੁਖੀ ਹੁੰਦਾ ਹੈ, ਬਾਰ ਦੁਖੀ ਹੁੰਦਾ ਹੈ। ਸੋ ਪ੍ਰਭ ਨਦਰ ਨਾ ਆਵੇ ਮਨ ਮੁਖੇ ਬੂਝ ਨਾ ਪਾਏ। ਉਹ ਮਾਲਕ ਪਰਮਾਤਮਾ ਹਾਜ਼ਰ ਨਾਜ਼ਰ ਅੰਗ ਸੰਗ ਕਹਿੰਦੇ ਨਹੀਂ ਨਜ਼ਰ ਆਉਂਦਾ ਭਾਈ, ਨਹੀਂ ਨਜ਼ਰ ਆਉਂਦਾ। ਮਨ ਦੇ ਪਿੱਛੇ ਚੱਲ ਰਹੇ ਆ, ਮਨਮੁਖ ਹੈਗੇ ਆਪਾਂ ਤੇ ਬੂਝ ਨਹੀਂ ਹੈ, ਗੁਰੂ ਦੀ ਮੱਤ ਨਹੀਂ ਲਈ, ਇਸ ਕਰਕੇ ਆ ਪ੍ਰੋਬਲਮ ਆ ਰਹੀ ਹੈ। ਸੋ ਪ੍ਰਭ ਨਦਰ ਨਾ ਆਵੇ ਮਨਮੁਖ ਬੂਝ ਨਾ ਪਾਏ। ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਕਹਿੰਦੇ ਜਿਸ ਨੂੰ ਮਾਲਕ ਪਰਮਾਤਮਾ ਵਿਖਾਲਦਾ ਹੈ ਉਹ ਵੇਖ ਲੈਂਦਾ ਹੈ ਭਾਈ। ਔਰ ਮਾਲਕ ਨੇ ਜਿਹੜਾ ਹੈਗਾ ਹਿਦਾਇਤ ਜਿਹੜੀ ਹੈਗੀ ਆ ਇਹ ਉਹਦੇ ਪੱਲੇ ਪਾਉਣੀ ਆ ਜਿਹੜੇ ਗੁਰੂ ਵਾਲੇ ਹੁੰਦੇ ਆ, ਜਿਹੜੇ ਗੁਰੂ ਦੇ ਅਨੁਸਾਰ ਚੱਲਦੇ। ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਇਹ ਬਹੁਤ ਕੀਮਤੀ ਸੀਗਾ ਜੀ ਅੱਜ ਦਾ ਜਿਹੜਾ ਹੈਗਾ ਇਹ ਸ਼ਬਦ, ਇਹਦੀ ਵਿਚਾਰ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ। ਕਹਿੰਦੇ ਦੇਖ ਲਓ ਭਾਈ,
ਗੁਰੂ ਤੋਂ ਬਗੈਰ, ਜਿਹੜਾ ਹੈਗਾ ਬ੍ਰਹਮ ਗਿਆਨ ਤੋਂ ਬਗੈਰ, ਸਹੀ ਜਿਹੜਾ ਹੈਗਾ ਸਹੀ ਰਸਤੇ ਤੋਂ ਬਗੈਰ, ਕਹਿੰਦੇ ਰੋਗ ਨਹੀਂ ਜਾ ਸਕਦਾ। ਇਹ ਹਉਮੈ ਰੋਗ ਨਹੀਂ ਜਾ ਸਕਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਨਿਕਲ ਸਕਦੇ। ਬਿਨ ਗੁਰ ਰੋਗ ਨਾ ਟੁੱਟੇ ਹੀ ਨਹੀਂ ਟੁੱਟ ਸਕਦਾ ਪਾਏ। ਇਹ ਹਉਮੈ ਦੀ ਪੀੜਾ ਨਹੀਂ ਜਾਣੀ ਨਹੀਂ ਹੈ। ਪੀੜਾ ਹੈਗੀ ਹਉਮੈ ਦੀ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹੇ ਸਮਾਏ। ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮੇਸ਼ਰ ਦਾ ਨਾਮ ਵਾਲੀ ਸੋਝੀ ਆਉਂਦੀ ਹੈ ਔਰ ਪਰਮੇਸ਼ਰ ਮਨ ਦੇ ਵਿੱਚ ਵਸ ਜਾਂਦਾ ਹੈ ਔਰ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਗੁਰ ਸ਼ਬਦੀ ਹਰ ਪਾਈ ਹੈ। ਉਹੀ ਸ਼ਬਦ ਜਿਹੜਾ ਬੁੱਝਣਾ ਹੈਗਾ, ਉਸੇ ਦੇ ਦੁਆਰਾ ਪਰਮਾਤਮਾ ਵੀ ਮਿਲ ਜਾਂਦਾ ਹੈ ਪਾਈ। ਬਿਨ ਸ਼ਬਦ ਹੈ ਭਰਮ ਭੁਲਾਏ। ਬਗੈਰ ਸ਼ਬਦ ਦੇ ਭਰਮਾਂ ਦੇ ਵਿੱਚ ਭੁੱਲਿਆ ਰਹਿੰਦਾ ਹੈ ਇਨਸਾਨ। ਮਾਇਆ ਦੇ ਵਿੱਚ ਗੋਤੇ ਖਾਈ ਜਾਂਦਾ ਉਸ ਸ਼ਬਦ ਨੂੰ ਨਹੀਂ ਬੁੱਝਦਾ। ਤੇ ਇਹ ਸ਼ਬਦ ਜਿਹੜਾ ਹੈਗਾ ਬਹੁਤ ਜ਼ਿਆਦਾ ਕਲੀਅਰ ਹੋ ਗਿਆ ਭਾਈ। ਮਹਾਰਾਜ ਨੇ ਬਹੁਤ ਮਿਹਰ ਕੀਤੀ ਹੈ। ਮਨ ਰੇ ਨਿਜ ਕਰ ਵਾਸਾ ਹੋਏ। ਹੇ ਮੇਰੇ ਮਨਾ, ਦੇਖ ਲਾ ਚੌਥੇ ਪਦ ਦੇ ਵਿੱਚ ਮਾਇਆ ਤੋਂ ਉੱਪਰ ਉੱਠ ਜਾਏਗਾ, ਨਿਜ ਘਰ ਦੇ ਵਿੱਚ ਵਾਸਾ ਹੋ ਜਾਏਗਾ ਤੇਰਾ। ਆ ਕੰਮ ਕਰ ਲਾ, ਰਾਮ ਨਾਮ ਸਲਾਹ ਤੂੰ, ਫਿਰ ਆਵਣ ਜਾਣ ਨਾ ਹੋਏ ਰਹਾ। ਕਹਿੰਦੇ ਪਿਆਰਿਆ, ਦੇਖ ਲਾ ਉਸ ਰਾਮ ਦੇ ਨਾਮ ਨੂੰ, ਉਸ ਸ਼ਬਦ ਨੂੰ, ਉਸ ਧੁਨ ਨੂੰ ਫੜ ਲਾ। ਇਸ ਤਰ੍ਹਾਂ ਪਰਮੇਸ਼ਰ ਦੀ ਸਿਫਤ ਸਲਾਹ ਕਰ ਲਾ, ਫਿਰ ਤੇਰਾ ਆਉਣਾ ਜਾਣਾ ਨਹੀਂ ਹੋਏਗਾ। ਰਹਾਉ ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨਾ ਕੋਏ। ਕਹਿੰਦੇ ਉਹ ਮਾਲਕ ਪਰਮਾਤਮਾ ਇੱਕੋ ਹੀ ਸੰਸਾਰ ਦੇ ਵਿੱਚ ਵਰਤ ਰਿਹਾ ਹੈ ਭਾਈ। ਦੂਸਰਾ ਕੋਈ ਹੈ ਹੀ ਨਹੀਂ ਹੈਗਾ। ਜੋ ਕੁਛ ਵੀ, ਜਿੰਨੇ ਵੀ ਜੀਵ, ਜੋ ਵੀ ਆਪਾਂ ਨੂੰ ਨਜ਼ਰ ਆ ਰਹੀ ਹੈ, ਜੋ ਜਿਹੜੀ ਹੈਗੀ ਅਚਲ ਤੇ ਚਲ, ਜੋ ਕੁਛ ਵੀ ਦਿਸ ਰਿਹਾ ਹੈ ਭਾਈ, ਸਾਰਾ ਦਾ ਸਾਰਾ ਉਹ ਮਾਲਕ ਪਰਮਾਤਮਾ ਹੀ ਵਰਤ ਰਿਹਾ ਹੈ। ਉਹੀ ਦਾਤਾ ਹੈ, ਸਾਰੀਆਂ ਦਾਤਾਂ ਦੇਣ ਵਾਲਾ। ਦੂਜਾ ਕੋਈ ਹੋਰ ਹੈ ਹੀ ਨਹੀਂ। ਸ਼ਬਦੇ ਸਮਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਫਿਰ ਆ ਗਿਆ ਸ਼ਬਦ। ਇਸ ਤੋਂ ਬਗੈਰ ਤਾਂ ਬਾਣੀ ਨੇ ਜਾਣਾ ਹੀ ਨਹੀਂ ਕਿਤੇ ਵੀ। ਹਰ ਪਾਲ ਦੇ ਵਿੱਚ ਇਹਦੀ ਧੁਨ, ਸ਼ਬਦ ਜਿਹੜਾ ਆਏਗਾ ਹੀ ਆਏਗਾ। ਕਹਿੰਦੇ ਇਸੇ ਦੇ ਨਾਲ, ਸ਼ਬਦ ਦੇ ਨਾਲ ਜੁੜੇਗਾ, ਸਲਾਹੇਗਾ ਉਸ ਇੱਕ ਦਾਤੇ ਨੂੰ, ਉਸ ਮਾਲਕ ਪਰਮਾਤਮਾ ਨੂੰ, ਉਸ ਇੱਕ ਨੂੰ। ਮਨ ਵਸੈ, ਮਨ ਦੇ ਵਿੱਚ ਵਸ ਜਾਏਗਾ ਪਿਆਰਿਆ, ਔਰ ਸਹਿਜ ਅਵਸਥਾ ਆ ਜਾਏਗੀ, ਸੁਖੀ ਹੋ ਜਾਏਗਾ, ਵਿਚਾਰ ਬੰਦ ਹੋ ਜਾਣਗੇ। ਸਭ ਨਜ਼ਰੀ ਅੰਦਰ ਵੇਖਦਾ, ਜੈ ਭਾਵੇ ਤੈਂ ਦੇ। ਔਰ ਸਾਰੀ ਖੇਡ ਸਾਰਿਆਂ ਨੂੰ ਉਹ ਮਾਲਕ ਪਰਮਾਤਮਾ ਆਪਣੀ ਨਜ਼ਰ ਦੇ ਵਿੱਚ ਦੇਖ ਰਿਹਾ ਹੈ। ਸਾਰਿਆਂ ਤੇ ਮਾਲਕ ਦੀ ਜਿਹੜੀ ਹੈਗੀ ਨਜ਼ਰ ਹੈਗੀ ਭਾਈ। ਜਿਸ ਨੂੰ ਪਾਉਂਦਾ ਆ, ਜਿਹੜਾ ਚਾਹੁੰਦਾ ਹੈ, ਜਿਹੜਾ ਉਹ ਸ਼ਬਦ ਦੀ ਡਿਮਾਂਡ ਕਰਦਾ ਹੈ, ਜਿਹਦੇ ਅੰਦਰ ਖਿੱਚ ਹੁੰਦੀ ਆ, ਉਹਨੂੰ ਮਾਲਕ ਪਰਮਾਤਮਾ ਦੇ ਦਿੰਦਾ ਹੈ। ਸਭ ਨਜ਼ਰੀ ਅੰਦਰ ਵੇਖਦਾ, ਜੈ ਭਾਵੇ ਤੈਂ ਦੇ। ਹਉਮੈ ਸਭਾ ਗਣਤ ਹੈ, ਗਣਤੇ ਨੋ ਸੁਖ ਨਾਏ। ਕਹਿੰਦੇ ਹਉਮੈ ਹੈਗੀ ਜਿਹੜੀ ਮੈਂ ਮੇਰੀ ਹੈਗੀ ਆ, ਜਿਹੜੀ ਡੁਐਲਿਟੀ ਹੈਗੀ ਆ, ਕਹਿੰਦੇ ਇਹ ਸਿਰਫ ਜਿਹੜੀ ਹੈਗੀ ਆ ਬਸ ਲੇਖਾ ਹੀ ਲੇਖਾ ਹੈਗਾ ਭਾਈ, ਗਿਣਤੀ ਮਿਣਤੀ ਹੈਗੀ। ਇਹ ਕਰਮ ਜਿਹੜੇ ਹੈਗੇ ਇਹਦੇ ਨਾਲ ਧਰਮਰਾਜ ਨੇ ਇਹੀ ਸਾਰੀ ਚਿੱਤਰਗੁਪਤ ਸਭ ਲਿਖਤੇ ਲੇਖਾ, ਸਾਰਾ ਲੇਖਾ ਲਿਖਿਆ ਜਾ ਰਿਹਾ ਭਾਈ। ਔਰ ਇਹ ਲੇਖੇ ਦੇ ਵਿੱਚ ਸੁੱਖ ਨਹੀਂ ਹੈਗਾ। ਗਣਤੇ ਨੂੰ ਸੁਖ ਨਾ ਹੈ, ਇਹਦੇ ਵਿੱਚ ਸੁੱਖ ਨਹੀਂ ਹੈ ਭਾਈ। ਵਿਖ ਕੀ ਕਾਰ ਕਮਾਵਣੀ, ਵਿਖ ਹੀ ਮਾਏ ਸਮਾਏ। ਇਹ ਤਾਂ ਵਿਸ਼ੇ ਵਿਕਾਰਾਂ ਦੀ, ਵਿਖ ਦੀ, ਜ਼ਹਿਰ ਦੀ, ਮਾਇਆ ਦੀ ਕਾਰ ਹੈਗੀ ਭਾਈ। ਇਹੀ ਕਮਾਈ ਜਾਂਦੇ ਆ, ਇਹਦੇ ਵਿੱਚ ਹੀ ਸਮਾਏ ਰਹਿੰਦੇ ਆ। ਇਸ ਸੰਸਾਰ ਤੋਂ ਬਾਹਰ ਨਿਕਲਦਾ ਹੀ ਨਹੀਂ। ਇਸ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਈ ਜਾਂਦੇ ਆਪਾਂ। ਬਿਨ ਨਾਮੇ ਠੌਰ ਨਾ ਪਾਏ ਨੀ, ਜਮ ਪੂਰੇ ਦੁੱਖ ਸਹਾਏ। ਔਰ ਨਾਮ ਤੋਂ ਬਗੈਰ, ਉਸ ਸ਼ਬਦ ਤੋਂ ਬਗੈਰ, ਉਸ ਧੁਨ ਤੋਂ ਬਗੈਰ ਠੌਰ ਨਹੀਂ ਪਾਉਂਦੇ ਪਾਏ। ਨਹੀਂ ਜਿਹੜਾ ਹੈਗਾ ਇਹ ਗਤੀ ਰੁਕਦੀ। ਔਰ ਜਮ ਦੇ ਕੋਲ ਜਿਹੜਾ ਹੈਗਾ, ਧਰਮਰਾਜ ਦੇ ਕੋਲ, ਉਹਦੇ ਕੋਲ ਜਿਹੜੇ ਹੈਗੇ ਆ ਉਹ ਜੂਨਾਂ ਦੇ ਵਿੱਚ ਪਾਉਂਦਾ ਹੈ। ਉਹ ਆਪਣਾ ਜਿਹੜਾ ਹੈਗਾ ਲੇਖਾ ਜੋਖਾ ਉਹਦੇ ਕੋਲ ਹੀ ਆ, ਉਹਦੇ ਦੁੱਖ ਸਹਿਣੇ ਪੈਂਦੇ ਆ। ਸਰੀਰ ਦੇ ਬਾਅਦ ਉਹਦੇ ਕੋਲ ਹੀ ਜਾਂਦੀ ਆ ਆਤਮਾ। ਜਿਉ ਪਿੰਡ ਸਭ ਤਿਸੇ ਦਾ ਆਧਾਰ। ਮਹਾਰਾਜ ਕਹਿ ਰਹੇ ਭਾਈ ਦੇਖ, ਤੇਰੀ ਆਤਮਾ ਉਤੰਸ਼ ਹੈ ਪਰਮੇਸ਼ਰ ਦਾ। ਜਿਉ
ਜੀਵ ਤੇ ਸਰੀਰ ਸਾਰਾ ਕੁਛ ਉਸ ਮਾਲਕ ਪਰਮਾਤਮਾ ਦਾ ਹੈਗਾ, ਉਸ ਸਿਦਾ ਆਸਰਾ ਹੈਗਾ। ਗੁਰ ਪ੍ਰਸਾਦੀ ਬੁੱਝੀਏ ਤਾਂ ਪਾਏ ਮੋਖ ਦਵਾਰ। ਗੁਰੂ ਦੀ ਕਿਰਪਾ ਦੇ ਨਾਲ, ਇਸ ਗਿਆਨ ਦੇ ਦੁਆਰਾ ਜੇ ਕੋਈ ਬੁੱਝ ਜਾਏਗਾ ਉਸ ਸ਼ਬਦ ਨੂੰ, ਬੁੱਝਣਾ ਕੀ ਹੈਗਾ? ਸ਼ਬਦ ਨੂੰ ਬੁੱਝਣਾ ਹੈਗਾ, ਇੱਕ ਸ਼ਬਦ ਨੂੰ ਬੁੱਝਣਾ ਹੈਗਾ। ਗੁਰ ਪ੍ਰਸਾਦੀ ਬੁੱਝੀਏ ਤਾਂ ਪਾਏ ਮੋਖ ਦਵਾਰ, ਤਾਂ ਮੁਕਤੀ ਦਾ ਦੁਆਰਾ, ਉਹੀ ਮੁਕਤੀ ਦਾ ਦੁਆਰਾ ਹੈਗਾ ਭਾਈ। ਨਾਨਕ ਨਾਮ ਸਲਾ ਤੂੰ ਅੰਤ ਨਾ ਪਾਰਾਵਾਰ। ਇਹ ਮੇਰੇ ਮਨਾ, ਨਾਮ ਨੂੰ ਸਲਾ ਲਾ ਪਿਆਰਿਆ, ਨਾਮ ਨੂੰ ਸਲਾ ਲਾ, ਸ਼ਬਦ ਨੂੰ ਪੜ ਲਾ। ਉਸ ਮਾਲਕ ਪਰਮਾਤਮਾ ਦਾ ਅੰਤ ਔਰ ਪਾਰਾਵਾਰ ਨਹੀਂ ਹੈਗਾ। ਸ੍ਰੀ ਰਾਗ ਮਹਲਾ ਤੀਜਾ। ਤਿੰਨਾ ਆਨੰਦ ਸਦਾ ਸੁਖ ਹੈ, ਜਿੰਨਾ ਸੱਚ ਨਾਮ ਆਧਾਰ। ਇੱਥੇ ਦੇਖ ਲਓ ਪੋਇਟਰੀ ਹੈਗੀ, ਫਿਰ ਵਾਪਸ ਉਸੇ ਸ਼ਬਦ ਦੀ ਗੱਲ ਕਰ ਰਹੇ ਆ। ਨਾਮ ਦਾ ਆਧਾਰ, ਤਿੰਨਾ ਆਨੰਦ ਸਦਾ ਸੁਖ ਹੈ। ਬਾਣੀ ਸਰਟੀਫਾਈ ਕਰ ਰਹੀ ਹੈ, ਉਹ ਖੁਸ਼ੀ ਦੇ ਵਿੱਚ ਰਹਿਣਗੇ, ਸੁਖੀ ਹੋਏ, ਹਮੇਸ਼ਾ ਸੁਖੀ ਹੈ, ਸੁਖੀ ਰਹਿਣਗੇ ਜਿਨ੍ਹਾਂ ਦੇ ਕੋਲ ਉਹ ਸੱਚੇ ਨਾਮ ਦਾ ਆਸਰਾ ਹੈਗਾ। ਗੁਰ ਸ਼ਬਦੀ ਸੱਚ ਪਾਇਆ, ਦੁੱਖ ਵਿਸਾਰਨ ਹਾਰ। ਕਹਿੰਦੇ ਉਸੇ ਸ਼ਬਦ ਦੇ ਦੁਆਰਾ ਸੱਚ ਜਿਹੜਾ ਹੈਗਾ, ਪਰਮੇਸ਼ਰ ਮਾਲਕ ਪਰਮਾਤਮਾ ਨੂੰ ਪਾਇਆ ਜਾਂਦਾ ਤੇ ਦੁੱਖ ਜਿਹੜੇ ਹੈਗੇ, ਦੁੱਖ ਨਿਵਾਰਨ ਹਾਰ, ਦੁੱਖ ਸਾਰੇ ਜਿਹੜੇ ਹੈਗੇ, ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਸਦਾ ਸਦਾ ਸਾਚੇ ਗੁਣ ਗਾਵੇਂ, ਸਾਚੇ ਨਾਏ ਪਿਆਰ। ਔਰ ਸਦਾ ਸਦਾ ਜਿਹੜੇ ਹੈਗੇ ਆ, ਜਿਹੜੇ ਅਭਿਆਸੀ ਹੁੰਦੇ ਆ, ਯਾਤਰਾ ਕਰਦੇ ਆ, ਪਰਮੇਸ਼ਰ ਦੇ ਗੁਣ ਜਿਹੜੇ ਹੈਗੇ ਗਾਉਂਦੇ ਆ, ਪਰਮੇਸ਼ਰ ਦੇ ਗੁਣ ਗ੍ਰਹਿਣ ਕਰਦੇ ਆ, ਔਰ ਇਸ ਸ਼ਬਦ ਦੇ ਨਾਲ, ਸੱਚੇ ਨਾਮ ਦੇ ਨਾਲ ਉਹਨਾਂ ਦਾ ਪਿਆਰ ਪੈ ਜਾਂਦਾ ਹੈ। ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ। ਜਿਹਦੇ ਕੋਲ ਇਹ ਸੱਚਾ ਸ਼ਬਦ ਆ ਗਿਆ, ਜਿਹਦੇ ਕੋਲ ਇਹ ਧਿਆਨ ਸਿਮਰਨ ਆ ਗਿਆ, ਇਹ ਕਿਰਪਾ ਹੋ ਗਈ ਮਾਲਕ ਪਰਮਾਤਮਾ ਦੀ। ਮਾਲਕ ਨੇ ਉਹਨੂੰ ਜਿਹੜਾ ਹੈਗਾ ਭਗਤੀ ਦਾ ਭੰਡਾਰਾ ਦੇ ਦਿੱਤਾ। ਇਹੀ ਭਗਤੀ ਹੈਗੀ ਭਾਈ। ਮਨ ਰੇ ਸਦਾ ਆਨੰਦ ਗੁਣ ਗਾਏ। ਇਹ ਮੇਰੇ ਮਨਾ, ਹਮੇਸ਼ਾ ਆਨੰਦ ਦੇ ਵਿੱਚ ਰਹਿ, ਵਿੱਚ ਰਹਿ ਆਨੰਦ ਦੇ, ਗੁਣ ਗਾ ਪਰਮੇਸ਼ਰ ਦੇ ਸਦਾ। ਕਿਵੇਂ ਮਹਾਰਾਜ ਜੀ, ਕਿਵੇਂ ਗੁਣ ਗਾਵਾਂ, ਕਿਵੇਂ ਆਨੰਦ ਦੇ ਵਿੱਚ ਰਵਾਂ? ਸੱਚੀ ਬਾਣੀ ਹਰ ਪਾਈਐ, ਹਰ ਸਿਉ ਰਹਿ ਸਮਾਏ। ਜੁੜ ਜਾ ਫਿਰ ਸੱਚੀ ਬਾਣੀ ਦੇ ਨਾਲ, ਜਿਹੜੀ ਸੱਚਾ ਬਣਾ ਦਿੰਦੀ ਆ। ਉਸ ਸ਼ਬਦ, ਉਸ ਧੁਨ ਦੇ ਨਾਲ ਪਰਮੇਸ਼ਰ ਨੂੰ ਪਾ ਲਏਗਾ, ਬੂੰਦ ਸਾਗਰ ਦੇ ਵਿੱਚ ਚਲੀ ਜਾਏਗੀ, ਪਰਮੇਸ਼ਰ ਦੇ ਵਿੱਚ ਸਮਾਈ ਹੋ ਜਾਏਗੀ ਤੇਰੀ। ਰਹਾਓ ਸੱਚੀ ਭਗਤੀ ਮਨ ਲਾਲ ਥੀਆ, ਰਤਾ ਸਹਿਜ ਸੁਭਾਏ। ਕਹਿੰਦੇ ਸੱਚੀ ਭਗਤੀ ਹੈ ਭਾਈ, ਇਸ ਦੇ ਨਾਲ ਮਨ ਨੇ ਲਾਲ ਹੋ ਲੈਣਾ, ਲਾਲੋ ਲਾਲ ਰੰਗ ਚੜ ਜਾਣਾ ਹੈ ਪਰਮੇਸ਼ਰ ਦਾ। ਰਤਿਆ ਜਾਏਗਾ ਸਹਿਜ ਅਵਸਥਾ, ਸਹਿਜ ਸੁਭਾਏ। ਔਰ ਮਨ ਜਿਹੜਾ ਹੈ, ਤੇਰੀ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਸਹਾਇਤਾ ਕਰਨ ਲੱਗ ਜਾਣਗੀਆਂ। ਗੁਰ ਸ਼ਬਦੀ ਮਨ ਮੋਹਿਆ, ਕਹਿਣਾ ਕਛੂ ਨਾ ਜਾਏ। ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਮਨ ਮੋਇਆ ਜਾਂਦਾ ਭਾਈ। ਆਹੀ ਸ਼ਬਦ ਹੈ ਜਿਹੜਾ ਗੁਰੂ ਕਹਿ ਰਿਹਾ ਹੈ, ਇਹੀ ਧੁਨ ਹੈਗੀ ਆ। ਕਹਿੰਦੇ ਕਿਹਾ ਨਹੀਂ ਜਾ ਸਕਦਾ, ਇਹਨੂੰ ਅੱਖਰਾਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ। ਇਹ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ ਭਾਈ, ਬੁੱਝਿਆ ਜਾ ਸਕਦਾ ਹੈ, ਪ੍ਰੈਕਟੀਕਲ ਕੀਤਾ ਜਾ ਸਕਦਾ ਹੈ। ਗੁਰ ਸ਼ਬਦੀ ਮਨ ਮੋਹਿਆ, ਕਹਿਣਾ ਕਛੂ ਨਾ ਜਾਏ। ਜਿਹਵਾ ਰਤੀ ਸ਼ਬਦੇ ਸੱਚੈ, ਅੰਮ੍ਰਿਤ ਪੀਵੈ ਰਸ ਗੁਣ ਗਾਏ। ਲਓ ਦੇਖ ਲਓ ਉਪਲਬਧੀ। ਕਹਿੰਦੇ ਜੀਵ ਪੂਰੀ ਰੱਤੀ ਜਾਂਦੀ ਆ। ਇੱਕ ਰੰਗੇ ਦੀ ਸਟੇਜ ਹੁੰਦੀ, ਇੱਕ ਰੱਤੇ ਦੀ ਸਟੇਜ ਹੁੰਦੀ ਹੈ। ਪੂਰੀ ਨਾਲ ਉਹਦੇ ਇੱਕ ਮਿਕ ਹੋ ਗਈ। ਜਿਹਵਾ ਰਤੀ ਸ਼ਬਦ ਸੱਚਾ, ਸ਼ਬਦ ਤੇ ਸੱਚੇ ਸੱਚੇ ਸ਼ਬਦ ਦੇ ਦੁਆਰਾ ਅੰਮ੍ਰਿਤ ਪੀਵੇ ਰਸ ਗੁਣ ਗਾਏ। ਇਹੀ ਗੁਣ ਗਾਉਣੇ ਆ, ਰਸ ਲੈ ਲੈ ਕੇ, ਅੰਮ੍ਰਿਤ ਦਾ ਰਸ, ਅੰਮ੍ਰਿਤ ਪੀ ਕੇ। ਗੁਰਮੁਖ ਇਹ ਰੰਗ ਪਾਈਏ, ਜਿਸ ਨੂੰ ਕਿਰਪਾ ਕਰੇ ਰਜਾਏ। ਕਹਿੰਦੇ ਸਾਰੀ ਦੀ ਸਾਰੀ ਯਾਤਰਾ, ਸਾਰੀ ਦੀ ਸਾਰੀ ਖੇਡ ਇਹ ਗੁਰੂ ਦੇ ਕੋਲੋਂ, ਗੁਰੂ ਦੇ ਰਾਹੀਂ ਹੋਣੀ ਹੈ ਭਾਈ। ਬ੍ਰਹਮ ਗਿਆਨ ਦੇ ਦੁਆਰਾ ਹੋਣੀ ਹੈ। ਇਹ ਰੰਗ ਉਹਦੇ ਨਾਲ ਚੜ੍ਹਨਾ ਆ, ਔਰ ਉਹਦੇ ਤੇ ਚੜ੍ਹਨਾ ਹੈ ਜਿਸ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਔਰ ਕਿਰਪਾ ਕਿਹਦੇ ਤੇ ਹੋ ਜਾਂਦੀ ਆ? ਜਿਹੜਾ ਰਜਾ ਦੇ ਵਿੱਚ ਚੱਲਦਾ ਹੈ। ਗੁਰਮੁਖ ਇਹ ਰੰਗ ਪਾਈਏ, ਜਿਸ ਨੂੰ ਕਿਰਪਾ ਕਰੇ ਰਜਾਏ।
ਰਜਾ ਦੇ ਵਿੱਚ ਜਿਹੜਾ ਚੱਲਦਾ ਹੈ ਉਸ ਤੇ ਕਿਰਪਾ ਹੋਣੀ ਹੈ। ਗੁਰਮੁਖ ਇਹ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਰਜਾਏ। ਇਹੋ ਸੰਸਾਰ ਹੈ, ਸੁੱਤਿਆਂ ਰਹਿਣ ਵਿਹਾਏ। ਬਾਕੀ ਜਿਹੜੀ ਹੈਗੀ ਆ ਦੁਨੀਆ ਹੈਗੀ, ਸੰਸਾਰ ਹੈਗਾ ਚਮਕਦਾ, ਇਹ ਰਸ ਕਸ ਚੋਗਾ। ਕਹਿੰਦੇ ਸਹਿਮ ਹੈਗਾ ਭਾਈ, ਇਹਦੇ ਵਿੱਚ ਦੇਖ, ਇਹਦੇ ਵਿੱਚ ਜਿਹੜਾ ਹੈਗਾ ਸਵਾਦ ਘੱਟ ਹੈਗਾ ਪਿਆਰਿਆ, ਦੁੱਖ ਜ਼ਿਆਦਾ ਹੈਗਾ, ਸਹਿਮ ਜ਼ਿਆਦਾ ਹੈਗੀ, ਤਕਲੀਫ ਜ਼ਿਆਦਾ ਹੈਗੀ ਹੈ। ਸੰਸਾਰ ਹੈ, ਸੁੱਤਿਆਂ ਰਹਿਣ ਵਿਆਏ। ਔਰ ਰਾਤ ਜਿਹੜੀ ਹੈ ਸੰਸਾਰ ਦੇ ਨਾਲ ਜੁੜੇਗਾ ਤੇ ਉਮਰ ਜਿਹੜੀ ਹੈ ਪਤਾ ਹੀ ਨਹੀਂ ਲੱਗਣਾ ਕਦੋਂ ਖਤਮ ਹੋ ਗਈ, ਔਰ ਕੀਤਾ ਕੁਛ ਵੀ ਨਹੀਂ, ਪੱਲੇ ਕੁਛ ਵੀ ਨਹੀਂ। ਇਹੋ ਸੰਸਾਰ ਹੈ, ਸੁੱਤਿਆਂ ਰਹਿਣ ਵਿਹਾਏ। ਇੱਕ ਆਪਣੇ ਭਾਣੇ ਕੱਢ ਲੈਣ, ਆਪੇ ਲੈਣ ਮਿਲਾਏ। ਪਰ ਇੱਕ ਜਿਹੜੇ ਹੈਗੇ ਸੁਚੇਤ ਹੁੰਦੇ ਆ, ਜਿਨ੍ਹਾਂ ਨੂੰ ਗੁਰੂ ਦੀ ਮੱਤ ਜਿਹੜੀ ਹੈਗੀ ਘਰ ਕਰ ਜਾਂਦੀ ਹੈ, ਜਿਨ੍ਹਾਂ ਦੇ ਅੰਦਰ, ਜਿਹੜੇ ਉਸ ਧੁਨ ਨੂੰ, ਸ਼ਬਦ ਨੂੰ ਫੜ ਲੈਂਦੇ ਆ, ਉਹਨਾਂ ਨੂੰ ਮਾਲਕ ਪਰਮਾਤਮਾ ਦੇ ਆਪਣੇ ਭਾਣੇ ਦਾ ਮਤਲਬ ਇਹ ਵੀ ਪਰਮੇਸ਼ਰ ਨੇ ਦੋ ਰਸਤੇ ਬਣਾਏ ਆ। ਜਿਹੜਾ ਜਿੱਧਰ ਨੂੰ ਜਾਣਾ ਚਾਹੁੰਦਾ ਹੈ ਉਧਰ ਨੂੰ ਉਹਨੂੰ ਕੱਢ ਲੈਂਦਾ, ਜਿਹੜਾ ਪਰਮੇਸ਼ਰ ਵੱਲ ਨੂੰ ਜਾਣਾ ਚਾਹੁੰਦਾ ਹੈ। ਆਪਣੇ ਭਾਣੇ, ਦੋਨੋਂ ਭਾਣੇ ਮਾਲਕ ਪਰਮਾਤਮਾ ਦੇ ਆ। ਮਾਲਕ ਨੂੰ ਆ ਵੀ ਪਾਉਂਦਾ ਹੈ, ਮਾਲਕ ਨੂੰ ਉਹ ਵੀ ਪਾਉਂਦਾ ਹੈ। ਦੋਨੋਂ ਰਸਤੇ, ਦੋਨੋਂ ਹੈਗੇ, ਆਪਣੇ ਕੋਲ ਚੋਇਸਿਸ ਹੈਗੀਆਂ। ਇੱਕ ਆਪਣੇ ਭਾਣੇ ਕੱਢ ਲੈਣ, ਆਪੇ ਲੈਣ ਮਿਲਾਏ, ਆਪਣੇ ਨਾਲ ਮਿਲਾ ਲੈਂਦਾ ਹੈ। ਬੂੰਦ ਸਾਗਰ ਦੇ ਵਿੱਚ ਹੋ ਜਾਂਦੀ ਹੈ, ਜਨਮ ਮਰਨ ਦਾ ਗੇੜਾ ਬੰਦ ਹੋ ਜਾਂਦਾ। ਆਪੇ ਹੀ ਆਪ ਮਨੇ ਵਸਿਆ, ਮਾਇਆ ਮੋਹ ਚੁਕਾਏ। ਇਸ ਤਰੀਕੇ ਦੇ ਨਾਲ ਉਹ ਪਰਮੇਸ਼ਰ ਆਪ ਜਿਹੜਾ ਅੰਦਰ ਹੀ ਹੈਗਾ ਮਨ ਦੇ ਵਿੱਚ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਔਰ ਮਾਇਆ ਦਾ ਮੋਹ ਜਿਹੜਾ ਹੈਗਾ ਚੁੱਕ ਜਾਂਦਾ ਹੈ। ਆਪ ਵਡਾਈ ਦਿੱਤੀਆਂ, ਗੁਰਮੁਖੇ ਦੇ ਬੁਝਾਏ। ਆਪ ਮਾਲਕ ਪਰਮਾਤਮਾ ਨੇ ਇਹ ਵਡਿਆਈ, ਸਭ ਤੋਂ ਉੱਚੀ ਜਿਹੜੀ ਅਵਸਥਾ, ਚੌਥਾ ਪਦ ਆਪ ਦਿੱਤਾ ਆ। ਔਰ ਦਿੱਤਾ ਕਿਵੇਂ? ਗੁਰੂ ਦੇ ਰਾਹੀਂ, ਜਿਨ੍ਹਾਂ ਨੂੰ ਇਹ ਬੁਝਾਰਤ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਉਹ ਸ਼ਬਦ ਨੂੰ ਬੁੱਝ ਲਿਆ। ਆਪ ਵਡਾਈ ਦਿੱਤੀਆਂ, ਗੁਰਮੁਖ ਦੇ ਬੁਝਾਏ। ਸਭਨਾ ਕਾ ਦਾਤਾ ਏਕ ਹੈ, ਭੁੱਲਿਆਂ ਲਏ ਸਮਝਾਏ। ਕਹਿੰਦੇ ਸਾਰਿਆਂ ਦਾ ਦਾਤਾ, ਜਿਹੜੇ ਮਨਮੁਖ ਹੈਗੇ, ਗੁਰਮੁਖ ਹੈਗੇ, ਜਿਹੜੇ ਵੀ ਹੈਗੇ, ਜਿਹੜੇ ਜੂਨਾਂ ਦੇ ਵਿੱਚ ਹੈਗੇ, ਜਿਹੜੇ ਸਾਰਿਆਂ ਦਾ ਮਾਲਕ ਪਰਮਾਤਮਾ ਦਾਤਾ ਇੱਕੋ ਹੀ ਹੈਗਾ। ਭੁੱਲਿਆਂ ਨੂੰ ਮਾਲਕ ਪਰਮਾਤਮਾ ਆਪ ਹੀ ਸਮਝਾਉਂਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਵੇਂ ਨਾ ਹੋਈ। ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਦੀ ਖੇਡ ਚੱਲਦੀ ਹੈ ਭਾਈ। ਭੁੱਲਿਆਂ ਲਏ, ਸਭਨਾ ਕਾ ਦਾਤਾ ਏਕ ਹੈ, ਭੁੱਲਿਆਂ ਲਏ ਸਮਝਾਏ। ਇੱਕ ਆਪੇ ਆਪ ਖੁਆਇਨ, ਦੂਜੇ ਛੱਡਣ ਲਾਏ। ਕਹਿੰਦੇ ਜਿਹੜੇ ਹੁਣ ਖੁਆਰ ਹੋਣਾ ਚਾਹੁੰਦੇ ਆ, ਉਹ ਵੀ ਮਾਲਕ ਪਰਮਾਤਮਾ ਨੇ ਆਪ ਮਾਲਕ ਨੇ ਪ੍ਰੋਵੀਜ਼ਨ ਕੀਤਾ ਹੈ। ਆਪ ਸਪੈਸ਼ਲੀ ਜਿਹੜਾ ਹੈਗਾ ਮਾਇਆ, ਇਹ ਸਾਰੀ ਜਿਹੜੀ ਹੈਗੀ ਭੂਲ ਭੁਲਈਆ, ਇਹ ਸਾਰਾ ਚੋਗਾ ਆਪ ਖਿਲਾਰਿਆ ਹੈ ਮਾਲਕ ਪਰਮਾਤਮਾ ਨੇ। ਇਹ ਸਵਾਦਾਂ ਦਾ ਚੋਗਾ ਆਪਣੇ ਸਰੀਰ ਦੇ ਅੰਦਰ ਸਾਰੇ ਸਵਾਦ ਭੋਗਣ ਦੇ ਵਾਸਤੇ, ਇਹ ਇੰਦਰੀਆਂ ਸਾਰੇ ਆਪਣੇ ਸਰੀਰ ਦੇ ਪੁਰਜੇ ਲਗਾਏ ਮਾਲਕ ਪਰਮਾਤਮਾ ਨੇ। ਇੱਕ ਆਪੇ ਆਪ ਖੁਆਇਨ, ਦੂਜਾ ਛੱਡਣ ਲਾਏ। ਕਹਿੰਦੇ ਦੂਸਰੇ ਦੇ ਨਾਲ, ਡੁਐਲਿਟੀ ਦੇ ਨਾਲ, ਜੇ ਸਵਾਦਾਂ ਦੇ ਨਾਲ, ਮਾਇਆ ਦੇ ਨਾਲ ਛੱਡਿਆ ਉਹਨਾਂ ਨੂੰ ਇਸ ਪਾਸੇ ਜਿਹੜਾ ਹੈਗਾ ਇੰਜੋਏ ਕਰਨ ਨੂੰ, ਕਿਉਂਕਿ ਉਹ ਚਾਹੁੰਦੇ ਆ। ਗੁਰਮਤੀ ਹਰ ਪਾਈਏ, ਜੋਤੀ ਜੋਤ ਮਿਲਾਏ। ਪਰ ਗੁਰੂ ਦੀ ਮੱਤ ਜਿਨ੍ਹਾਂ ਨੇ ਲੈ ਲਈ, ਕਹਿੰਦੇ ਉਹ ਫਿਰ ਪਰਮੇਸ਼ਰ, ਗੁਰੂ ਦੀ ਮੱਤ ਦੇ ਦੁਆਰਾ ਬੂੰਦ ਸਾਗਰ ਦੇ ਵਿੱਚ ਜਾ ਸਕਦੀ ਹੈ, ਪਰਮੇਸ਼ਰ ਦੇ ਵਿੱਚ ਲੀਨ ਹੋ ਸਕਦਾ ਹੈ। ਉਹ ਜੋਤੀ ਜੋਤ ਮਿਲਾਏ, ਇਸ ਤਰੀਕੇ ਦੇ ਨਾਲ ਜੋਤ ਦੇ ਵਿੱਚ ਜੋਤ ਰਲ ਜਾਂਦੀ ਆ। ਉਹਦੇ ਵਾਸਤੇ ਕੰਡੀਸ਼ਨ ਹੈਗੀ, ਅੰਦਿਨ ਨਾਮੇ ਰਤਿਆਂ, ਨਾਨਕ ਨਾਮੇ ਸਮਾਏ। ਅੰਦਿਨ ਜਿਹੜਾ ਹੈਗਾ ਭਗਤੀ ਕਰਨੀ ਪਊਗੀ, ਨਾਮ ਦੇ ਵਿੱਚ ਰਤਨਾ ਪਊਗਾ, ਉਸ ਧੁਨ ਦੇ ਵਿੱਚ ਜਿਹੜਾ ਹੈਗਾ ਜੁੜਨਾ ਪਊਗਾ, ਵਿਚਾਰ ਬੰਦ ਕਰਨੇ ਪਊਗੇ। ਇਸ ਤਰ੍ਹਾਂ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ। ਫਿਰ ਰਾਗ ਮਹਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਕਹਿੰਦੇ ਜਿਹੜੇ ਗੁਣਵੰਤੀਆਂ ਹੈਗੀਆਂ, ਜਿਹੜੇ ਗੁਣ ਲੈਂਦੀਆਂ ਆ, ਜਿਹੜੇ ਗੁਰੂ ਦੀ ਮੱਤ ਦੇ ਵਿੱਚ ਜੋ ਗੁਣ ਹੈਗੇ, ਜੋ ਗੁਰੂ ਦੀ ਮੱਤ ਨੂੰ ਵਿਚਾਰਦੇ ਹੈਗੇ, ਇਹ ਗੁਣਾਂ ਦੀ ਵਿਚਾਰ ਕਰਦੇ, ਉਹਨਾਂ ਦੇ ਅੰਦਰ ਗੁਣ ਆਈ ਜਾਂਦੇ ਆ, ਉਹ ਸੱਚ ਨੂੰ ਪਾ ਲੈਂਦੇ ਆ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਉਹ ਸੱਚ ਨੂੰ, ਪਰਮੇਸ਼ਰ ਨੂੰ, ਉਹਦੇ ਨਾਮ ਨੂੰ, ਉਹ ਅੰਮ੍ਰਿਤ ਨੂੰ, ਨਾਮ ਅੰਮ੍ਰਿਤ ਨੂੰ ਪਾ ਲੈਂਦੇ ਆ। ਤ੍ਰਿਸ਼ਨਾ ਉਹਨਾਂ ਦੀ
ਮਾਇਆ ਦੀ ਤ੍ਰਿਸ਼ਨਾ ਜਿਹੜੀ ਹੈਗੀ, ਵਿਸ਼ੇ ਵਿਕਾਰ ਜਿਹੜੇ ਹੈਗੇ ਉਹ ਛੁੱਟ ਜਾਂਦੇ ਆ ਉਹਨਾਂ ਦੇ ਕੋਲੋਂ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਕਹਿੰਦੇ ਉਸ ਗੁਰੂ ਦੇ ਸ਼ਬਦ ਦੇ ਦੁਆਰਾ ਉਹਨਾਂ ਦਾ ਮਨ ਰੰਗਿਆ ਜਾਂਦਾ ਹੈ, ਔਰ ਰਸਨਾ ਜਿਹੜੀ ਹੈਗੀ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਦੀ ਹੈ। ਇਸ ਤਰ੍ਹਾਂ ਸ਼ਬਦ ਅਭਿਆਸ, ਗੁਰੂ ਜਿਹੜਾ ਧਿਆਨ ਸਿਮਰਨ ਦੇ ਦੁਆਰਾ ਉਹਨਾਂ ਦਾ ਮਨ ਰੰਗਿਆ ਜਾਂਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨੇ ਵਿਚਾਰ। ਕਹਿੰਦੇ ਮਨ ਦੇ ਵਿੱਚ ਵਿਚਾਰ ਕਰਕੇ ਦੇਖ ਲਓ, ਪਾਏ ਬਗੈਰ ਸਤਿਗੁਰੂ ਦੇ, ਬਗੈਰ ਬ੍ਰਹਮ ਗਿਆਨ ਦੇ, ਬਗੈਰ ਜਿਹੜਾ ਹੈਗਾ ਇਸ GPS ਦੇ ਡਾਇਰੈਕਸ਼ਨ ਦੇ, ਕਿਸੇ ਨੇ ਨਹੀਂ ਪਾਇਆ ਭਾਈ, ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨੇ ਵਿਚਾਰ। ਮਨ ਦੇ ਵਿੱਚ ਵਿਚਾਰ ਕਰਕੇ ਦੇਖ ਲਓ। ਜਦ ਤੱਕ ਗੁਰੂ ਨਹੀਂ ਮਿਲਦਾ, ਜਦ ਤੱਕ ਗਿਆਨ ਨਹੀਂ ਹੁੰਦਾ, ਜਦ ਤੱਕ ਸਹੀ ਡਾਇਰੈਕਸ਼ਨ ਨਹੀਂ ਹੁੰਦੀ, ਸਹੀ ਮੱਤ ਨਹੀਂ ਮਿਲਦੀ, ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦੇ ਨਾ ਕਰੇ ਪਿਆਰ। ਕਹਿੰਦੇ ਮਨ ਦੇ ਦੁਆਰਾ, ਮਨ ਦੇ ਪਿੱਛੇ ਚੱਲਣ ਦੇ ਵਾਲਿਆਂ ਦੀ ਮੈਲ ਨਹੀਂ ਉਤਰ ਸਕਦੀ ਭਾਈ, ਜਦ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਨਾ ਕਰੇ, ਗੁਰੂ ਦੇ ਸ਼ਬਦ ਦੇ ਨਾਲ ਪਿਆਰ ਨਾ ਕਰੇ, ਉਹ ਸ਼ਬਦ ਜਿਹੜਾ ਹੈਗਾ ਉਹਨੂੰ ਨਾ ਬੁੱਝੇ, ਉਸ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਨਾ ਪਵੇ, ਤਦ ਤੱਕ ਇਹ ਮੈਲ ਨਹੀਂ ਉਤਰ ਸਕਦੀ ਧਿਆਨ ਸਿਮਰਨ ਤੋਂ ਬਗੈਰ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਇਸ ਕਰਕੇ ਇਹ ਮੇਰੇ ਮਨਾ ਗੁਰੂ ਨੂੰ ਦੇਖ, ਗੁਰੂ ਦੀ ਮੱਤ ਦੇਖ। ਗੁਰੂ ਦੀ ਮੱਤ ਕੀ ਕਹਿ ਰਹੀ ਆ, ਗੁਰੂ ਦਾ ਭਾਣਾ ਕੀ ਆ, ਗੁਰੂ ਕੀ ਚਾਹੁੰਦਾ ਹੈ, ਗੁਰੂ ਦੀ ਮੱਤ, ਗੁਰੂ ਦਾ ਗਿਆਨ ਲੈ, ਵਿਚਾਰ ਗੁਰੂ ਦੇ ਗਿਆਨ ਨੂੰ। ਗੁਰੂ ਚਾਹੁੰਦਾ ਹੈ ਇੱਕ ਸ਼ਬਦ ਨੂੰ ਬੁੱਝ ਲਾ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੇਂ ਤਾਂ ਸੁਖ ਲਹੇ ਮਹਲ। ਨਿਜ ਘਰ ਦੇ ਵਿੱਚ ਚੌਥੇ ਪਦ ਦੇ ਵਿੱਚ ਵਿਚਾਰ ਮੁਕਤ ਹੋ ਕੇ ਵਸੇਗਾ, ਉੱਥੇ ਆਪਣੇ ਅੰਦਰ, ਆਪਣੇ ਹਿਰਦੇ ਦੇ ਵਿੱਚ ਟਿਕੇਗਾ ਤੇ ਅੰਮ੍ਰਿਤ ਪੀ ਲਏਗਾ ਭਾਈ, ਤਾਂ ਉਹ ਮਾਲਕ ਪਰਮਾਤਮਾ ਦਾ ਮਹਿਲ ਲੈ ਲਏਗਾ, ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ ਤੇ ਜਨਮ ਮਰਨ ਦੇ ਗੇੜ ਚੋਂ ਮੁਕਤੀ ਮਿਲ ਜਾਏਗੀ। ਰਹਾਓ ਅਵਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੇ ਹਦੂਰ। ਜੇ ਮਿੱਤਰਾ ਅਵਗੁਣਾਂ ਦੇ ਵਿੱਚ ਹੀ ਰਹੇਗਾ ਤੇ ਦੇਖ ਲਾ ਵਿੱਚ ਪਿਆਰਿਆ, ਅਵਗੁਣ ਵਾਲੇ ਜਿੰਨੀਆਂ ਵੀ ਹੁੰਦੀਆਂ ਉਹਨਾਂ ਦੇ ਕੋਲ ਗੁਣ ਤਾਂ ਕੋਈ ਹੁੰਦਾ ਹੀ ਨਹੀਂ ਹੈ, ਤੇ ਮਾਲਕ ਦੀ ਹਜ਼ੂਰੀ ਨਹੀਂ ਮਿਲਦੀ ਭਾਈ। ਉਹਨਾਂ ਨੂੰ ਮਾਲਕ ਉਹ ਹਮੇਸ਼ਾ ਜਿਹੜੇ ਹੈਗੇ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਂਦੇ ਰਹਿੰਦੇ। ਅਵਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੇ ਹਦੂਰ। ਮਨ ਮੁਖੇ ਸ਼ਬਦ ਨਾ ਜਾਣੀ, ਅਵਗੁਣ ਸੋ ਪ੍ਰਭ ਦੂਰ। ਫਿਰ ਦੇਖ ਲਓ ਕਿਉਂ ਅਵਗੁਣਵੰਤੀ ਕਿਉਂ ਆ, ਕਿਉਂਕਿ ਉਹ ਮਨ ਦੇ ਪਿੱਛੇ ਚੱਲ ਰਿਹਾ ਹੈ, ਮਨ ਦੇ ਪਿੱਛੇ ਚੱਲ ਰਹੀ ਹੈ, ਇਸ ਕਰਕੇ ਗੁਣ ਨਹੀਂ ਹੈਗਾ। ਗੁਣ ਨਹੀਂ ਆ ਤੇ ਪਰਮਾਤਮਾ ਦੀ ਨੇੜਤਾ ਨਹੀਂ ਹੁੰਦੀ, ਤੇ ਮਨ ਦੇ ਪਿੱਛੇ ਚੱਲ ਰਿਹਾ ਇਨਸਾਨ, ਗੁਰੂ ਦੀ ਮੱਤ ਨਹੀਂ ਲੈ ਰਿਹਾ ਤੇ ਸ਼ਬਦ ਨੂੰ ਜਾਣ ਨਹੀਂ ਸਕਦਾ। ਮਨਮੁਖੇ ਸ਼ਬਦ ਨਾ ਜਾਣੀ, ਉਸ ਸ਼ਬਦ ਨੂੰ ਨਹੀਂ ਫੜ ਸਕਦਾ ਭਾਈ, ਉਸ ਧੁਨ ਨੂੰ ਨਹੀਂ ਫੜ ਸਕਦਾ। ਮਨਮੁਖੇ ਸ਼ਬਦ ਨਾ ਜਾਣੇ ਅਵਗੁਣੇ ਸੋ ਪ੍ਰਭ ਦੂਰ। ਕਹਿੰਦੇ ਅਵਗੁਣਾਂ ਦੇ ਨਾਲ ਫਿਰ ਉਹ ਪਰਮਾਤਮਾ ਤੋਂ ਤਾਂ ਦੂਰ ਹੀ ਰਹਿੰਦਾ ਹੈ। ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ। ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ, ਜਿਨ੍ਹਾਂ ਨੂੰ ਸ਼ਬਦ ਨੂੰ ਪੁੱਜ ਲਿਆ, ਉਹ ਸੱਚ ਦੇ ਵਿੱਚ ਰਤੇ ਗਏ ਭਰਪੂਰ। ਗੁਰ ਸ਼ਬਦੀ ਮਨ ਵੇਦਿਆ, ਉਹਨਾਂ ਦਾ ਉਸ ਧੁਨ ਦੇ ਨਾਲ, ਉਸ ਸੱਚ ਦੇ ਨਾਲ, ਉਸ ਸ਼ਬਦ ਦੇ ਨਾਲ ਮਨ ਜਿਹੜਾ ਹੈਗਾ ਵਿੰਨਿਆ ਗਿਆ। ਪ੍ਰਭ ਮਿਲਿਆ ਆਪ ਹਜ਼ੂਰ। ਲਓ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਮਾਲਕ ਦੀ ਹਜ਼ੂਰੀ, ਮਾਲਕ ਦੀ ਹਜ਼ੂਰੀ ਦੇ ਵਿੱਚ ਅੰਦਰ ਮਾਲਕ ਹਿਰਦੇ ਚ ਪ੍ਰਗਟ ਹੋ ਗਿਆ। ਗੁਰ ਸ਼ਬਦੀ ਮਨ ਵੇਦਿਆ, ਪ੍ਰਭ ਮਿਲਿਆ ਆਪ ਹਜ਼ੂਰ। ਆਪੇ ਰੰਗਣ ਰੰਗਿਓਨ ਸ਼ਬਦੇ ਲਿਓਨ ਮਿਲਾਏ। ਕਹਿੰਦੇ ਸਾਰੀ ਖੇਡ ਦਾ ਮਾਲਕ ਉਹ ਮਾਲਕ ਪਰਮਾਤਮਾ ਆਪ ਹੈਗਾ, ਆਪ ਰੰਗਦਾ ਹੈ, ਸ਼ਬਦ ਦੇ ਦੁਆਰਾ ਆਪਣੇ ਨਾਲ ਮਿਲਾ ਲੈਂਦਾ ਹੈ। ਉਸ ਧੁਨ ਦੇ ਦੁਆਰਾ ਉਹ ਧੁਨ ਨਿਕਲ ਹੀ ਪਰਮਾਤਮਾ ਦੇ ਦਰ ਤੋਂ ਆ ਰਹੀ ਹੈ ਭਾਈ, ਉਹ ਪਰਮਾਤਮਾ ਦੇ ਮੁਖ ਤੋਂ ਆ ਰਹੀ ਹੈ, ਉਹਨੂੰ ਕੋਈ ਬੁਝਾ ਨਹੀਂ ਰਿਹਾ। ਕੋਈ ਜਿਹੜਾ ਹੈਗਾ ਉਹਨੂੰ ਉਹ ਅਨਹਤ ਹੈਗੀ, ਬਗੈਰ ਆਹਤ ਦੇ ਹੈਗੀ। ਆਪੇ ਰੰਗਣ ਰੰਗਿਓਨ ਸ਼ਬਦੇ ਲਿਓਨ ਮਿਲਾਏ। ਉਸ ਸ਼ਬਦ ਦੇ ਦੁਆਰਾ ਮਿਲਾਉਂਦਾ ਹੈ, ਰੰਗ ਚਾੜ ਦਿੰਦਾ ਹੈ।
ਫਿਰ ਜਿਹੜਾ ਹੈਗਾ ਔਗਣ ਨਿਕਲ ਜਾਂਦੇ ਆ, ਗੁਣ ਹੀ ਗੁਣ ਆ ਜਾਂਦੇ ਆ। ਸੱਚਾ ਰੰਗ ਨਾ ਉਤਰੈ ਜੋ ਸੱਚੇ ਰੱਤੇ ਲਿਵ ਲਾਏ। ਕਹਿੰਦੇ ਸੱਚਾ ਰੰਗ ਨਹੀਂ ਉਤਰ ਸਕਦਾ ਭਾਈ ਜਿਨ੍ਹਾਂ ਨੇ ਸੱਚ ਦੇ ਨਾਲ ਲਿਵ ਲਗਾ ਲਈ ਆ। ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ। ਕਹਿੰਦੇ ਪਰ ਮਨ ਦੇ ਵਿੱਚ ਚੱਲਣ ਵਾਲੇ ਅਫਸੋਸ ਹੈਗਾ ਕਿ ਚਾਰੋਂ ਪਾਸੇ ਜਿਹੜੇ ਹੈਗੇ ਭਟਕਦੇ ਆ, ਕਰਮ ਕਾਂਡਾਂ ਦੇ ਵਿੱਚ ਭਟਕਦੇ ਆ, ਮਨ ਦੇ ਵਿੱਚ ਚੱਲਦੇ ਆ, ਪਰ ਉਹ ਸ਼ਬਦ ਨੂੰ ਨਹੀਂ ਬੁੱਝ ਪਾਉਂਦੇ ਭਾਈ, ਕਿਉਂਕਿ ਗੁਰੂ ਦੀ ਮੱਤ ਨਹੀਂ ਲੈਂਦੇ, ਗੁਰੂ ਦੀ ਮੱਤ ਤੇ ਭਰੋਸਾ ਹੀ ਨਹੀਂ ਹੈਗਾ। ਜਿਸ ਸਤਿਗੁਰ ਮੇਲੇ ਸੋ ਮਿਲੈ ਸੱਚੇ ਸ਼ਬਦੇ ਸਮਾਏ। ਜਿਹਨੂੰ ਸਤਿਗੁਰੂ ਮੇਲ ਦਿੰਦਾ, ਜਿਹੜੇ ਗੁਰੂ ਦੀ ਗੱਲ ਮੰਨ ਲੈਂਦੇ, ਗੁਰੂ ਵਾਲੇ ਹੋ ਜਾਂਦੇ ਆ, ਗੁਰੂ ਦੇ ਅਨੁਸਾਰ ਯਾਤਰਾ ਕਰਦੇ ਆ, ਉਹ ਜਿਹੜੇ ਬੈਠਦੇ ਆ, ਜਿਹੜਾ ਹੈਗਾ ਵਰਣਾਤਮਕ ਸ਼ਬਦ, ਬੈਖਰੀ ਸ਼ਬਦ, ਵਾਹਿਗੁਰੂ, ਹਰੀਓਮ, ਅੱਲਾਹੁ, ਇਸ ਸ਼ਬਦ ਦੇ ਨਾਲ ਜੁੜਦੇ ਆ, ਔਰ ਉਹ ਉਹਨਾਂ ਦੇ ਵਿਚਾਰਾਂ ਦਾ ਜਾਲਾ ਜਿਹੜਾ ਹੈਗਾ ਕੱਟਿਆ ਜਾਂਦਾ ਹੈ, ਤੇ ਉਹਨਾਂ ਨੂੰ ਉਹ ਸ਼ਬਦ ਜਿਹੜਾ ਹੈਗਾ, ਉਹ ਧੁਨ ਜਿਹੜੀ ਹੈਗੀ ਪ੍ਰਗਟ ਹੋ ਜਾਂਦੀ ਹੈ। ਜਿਸ ਸਤਿਗੁਰ ਮਿਲੇ ਸੋ ਮਿਲੈ ਸੱਚੇ ਸ਼ਬਦ ਦੇ ਸਮਾਏ। ਉਹ ਸੱਚੇ ਸ਼ਬਦ ਦੇ ਦੁਆਰਾ ਵਿੱਚ ਸਮਾਈ ਹੋ ਜਾਂਦੀ ਹੈ ਉਹਨਾਂ ਦੀ, ਉਹ ਬੂੰਦ ਸਾਗਰ ਤੱਕ ਚਲੇ ਜਾਂਦੀ ਹੈ। ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਘਾਟੇ ਕੋਏ। ਕਹਿੰਦੇ ਬਥੇਰੇ ਮਿੱਤਰ ਕਰ ਕਰਕੇ, ਕਨੇਰੇ ਕਰ ਕਰਕੇ ਦੇਖ ਲਏ ਮੈਂ, ਬਾਹਰ ਦੁਨੀਆ ਦੇ ਵਿੱਚ ਭਟਕ ਕੇ ਦੇਖ ਲਿਆ, ਮੇਰਾ ਦੁੱਖ ਘਾਟੇ ਕੋਏ। ਮੇਰਾ ਦੁੱਖ ਕੌਣ, ਕੋਈ ਮੇਰਾ ਦੁੱਖ ਕੱਟਦਾ, ਇਹ ਜਨਮ ਮਰਨ ਦਾ ਦੁੱਖ ਮੇਰਾ ਕੱਟਦਾ। ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦੇ ਮਿਲਾਵਾ ਹੋਏ। ਜਿਆਦਾ ਡਿਮਾਂਡ ਆ ਗਈ ਤੇ ਮਾਲਕ ਪਰਮਾਤਮਾ ਨੇ, ਪ੍ਰੀਤਮ ਨੇ ਦੁੱਖ ਕੱਟ ਦਿੱਤਾ, ਗੁਰੂ ਨੂੰ ਮਿਲਾ ਦਿੱਤਾ, ਸਤਿਗੁਰੂ ਨੂੰ ਮਿਲਾ ਦਿੱਤਾ। ਜਿਸ ਸਤਿਗੁਰ ਮਿਲੇ ਸੋ ਮਿਲੈ ਸੱਚੇ ਸ਼ਬਦੇ ਸਮਾਏ। ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦੇ ਮਿਲਾਵਾ ਹੋਏ। ਸਤਿਗੁਰੂ ਨੇ ਉਹ ਧੁਨ ਫੜਾ ਦਿੱਤੀ, ਸ਼ਬਦ ਦੇ ਦੁਆਰਾ ਮਿਲਾਵਾ ਹੋ ਜਾਂਦਾ ਹੈ ਮਾਲਕ ਦੇ ਨਾਲ। ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ। ਭਾਈ ਇਹੀ ਖੱਟੀ ਹੈਗੀ ਆ, ਇਹੀ ਰਾਸ਼ੀ ਹੈਗੀ ਆ। ਜਿਹੜੇ ਇਸ ਰਾਸ਼ੀ ਨੂੰ ਫੜ ਲੈਂਦੇ ਆ ਸੱਚੇ, ਉਹਨਾਂ ਦੀ ਸੱਚੀ ਸੋਭਾ ਹੋ ਜਾਂਦੀ ਆ। ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖੇ ਹੋਏ। ਜਿਹੜੇ ਗੁਰੂ ਵਾਲੇ ਹੋ ਜਾਂਦੇ ਆ, ਜਿਹੜੇ ਗੁਰੂ ਦੇ ਅਨੁਸਾਰ ਯਾਤਰਾ ਕਰਦੇ ਆ, ਉਹ ਸੱਚ ਦੇ ਨਾਲ ਮਿਲ ਜਾਂਦੇ। ਜਿਹੜੇ ਸ਼ਬਦ ਦੇ ਨਾਲ ਸ਼ਬਦ ਅਭਿਆਸ ਕਰਦੇ ਆ, ਧਿਆਨ ਸਿਮਰਨ ਕਰਦੇ ਆ, ਕਹਿੰਦੇ ਉਹ ਫਿਰ ਵਿਛੜਦੇ ਨਹੀਂ ਆ ਭਾਈ। ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖੇ ਹੋਏ। श्री राग महला तीजा। आपे कारण करता करे सृष्ट देखे आप उपाय। ਕਹਿੰਦੇ ਮਾਲਕ ਪਰਮਾਤਮਾ ਇਹ ਸਾਰੀ ਖੇਡ ਜਿਹੜੀ ਆ ਖੇਡ ਹੈਗੀ ਮਾਲਕ ਪਰਮਾਤਮਾ, ਜਿੰਨਾ ਆਪਾਂ ਨੇ ਅੱਜ ਵਿਚਾਰ ਕੀਤੀ ਹੈ, ਸਾਰੀ ਦੀ ਸਾਰੀ ਖੇਡ ਇਹ ਜਿਹੜੀ ਹੈਗੀ ਆ ਲਿਵ ਵਾਲੀ ਧਾਤ ਵਾਲੀ ਜਿਹੜੀ ਹੈਗੀ ਸਾਰੀ ਮਾਇਆ, ਜੋ ਦਿਖ ਰਿਹਾ ਮਾਇਆ, ਔਰ ਇਹਦੇ ਵਿੱਚ ਜਿਹੜਾ ਹੈਗਾ ਪਰਮਾਤਮਾ, ਉਹਦੀ ਮਾਇਆ, ਉਹਦੀ ਛਾਇਆ ਹੈਗੀ ਆ, ਉਹ ਮਾਲਕ ਪਰਮਾਤਮਾ ਦੀ ਇਹ ਸਾਰੀ ਦੀ ਸਾਰੀ ਖੇਡ ਹੈਗੀ ਭਾਈ। ਇਹ ਜਿਹੜਾ ਹੈਗਾ ਭੂਲ ਭੁਲਈਆ, ਇਹ ਵੀ ਮਾਲਕ ਪਰਮਾਤਮਾ ਨੇ ਮੈਲ ਪਾਈ ਹੋਈ ਆ, ਇਹ ਵਿਸ਼ੇ ਵਿਕਾਰਾਂ ਦੀ ਇਹ ਮਾਲਕ ਪਰਮਾਤਮਾ ਨੇ ਪਾਈ ਆ। ਇਸ ਚੋਂ ਨਿਕਲਣਾ ਦਾ ਰਸਤਾ ਵੀ ਰੱਖਿਆ ਹੈ, ਨਿਕਲਣ ਦਾ ਰਸਤਾ ਵੀ ਦਿਖਾਉਂਦਾ ਹੈ ਮਾਲਕ ਪਰਮਾਤਮਾ। ਜਿਹੜਾ ਕਹਿੰਦੇ ਜਿਹੜਾ ਵੀ ਦੋਨੋਂ ਪਾਸੇ ਹੈਗੇ, ਇਹ ਸਾਰੀ ਇਹਦਾ ਕਾਰਨ ਕਰਤਾ ਉਹ ਆਪ ਹੈਗਾ। ਇਸ ਸ੍ਰਿਸ਼ਟੀ ਨੂੰ ਬਣਾਈ ਆ, ਐਸੀ ਸ੍ਰਿਸ਼ਟੀ ਬਣਾਈ ਆ ਮਾਲਕ ਨੇ, ਔਰ ਆਪ ਦੇਖ ਰਿਹਾ ਇਹਨੂੰ ਪੈਦਾ ਕਰਕੇ, ਇਹਦੇ ਵਿੱਚ ਹੈਗਾ ਮਾਲਕ ਪਰਮਾਤਮਾ ਔਰ ਦੇਖ ਵੀ ਰਿਹਾ ਆ। ਆਪੇ ਕਾਰਨ ਕਰਤਾ ਕਰੇ ਸਿਸ਼ਟ ਦੇਖੈ ਆਪ ਉਪਾਏ। ਪੈਦਾ ਕੀ ਕਰਕੇ ਆਪ ਦੇਖ ਰਿਹਾ ਆ, ਸਭ ਇੱਕੋ ਇੱਕ ਵਰਤਦਾ ਅਲੱਗ ਨਾ ਲਿਖਿਆ ਜਾਏ। ਕਹਿੰਦੇ ਸਾਰਾ ਇੱਕੋ ਇੱਕ ਮਾਲਕ ਪਰਮਾਤਮਾ ਆਪ ਇਨਵਾਲਵ ਹੈ, ਪੂਰੀ ਤਰ੍ਹਾਂ ਵਰਤ ਰਿਹਾ ਹੈ, ਪਰ ਹੈ ਅਲੱਗ ਨਹੀਂ ਲਿਖਿਆ ਜਾਂਦਾ। ਐਸੀ ਉਹਨੇ ਵਿਡੰਬਨਾ ਬਣਾਈ ਹੋਈ ਹੈ। ਸਾਰਿਆਂ ਦੇ ਅੰਦਰ ਹੈਗਾ ਮਾਲਕ ਪਰਮਾਤਮਾ ਔਰ ਦਿਸਦਾ ਕਿਸੇ ਨੂੰ ਵੀ ਨਹੀਂ ਹੈਗਾ। ਆਪੇ ਕਾਰਨ ਕਰਤਾ ਕਰੇ, ਇਸ ਤੋਂ ਉੱਪਰ ਕੀ ਬ੍ਰਹਮ ਗਿਆਨ ਹੋ ਸਕਦਾ ਹੈ ਭਾਈ? ਇਸ ਤੋਂ ਉੱਪਰ ਕੀ ਗਿਆਨ ਹੈ? ਆਪੇ ਕਾਰਨ ਕਰਤਾ ਕਰੇ ਸਿਸ਼ਟ ਦੇਖੇ ਆਪ ਉਪਾਏ। ਸਭ ਇੱਕੋ ਇੱਕ ਵਰਤਦਾ ਅਲੱਗ ਨਾ ਲਿਖਿਆ ਜਾਏ। ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ। ਕਹਿੰਦੇ ਦਿਆਲ ਆ ਉਹ, ਉਹਦੇ ਅੰਦਰ ਉਹ ਔਗੁਣ ਦੇਖਦਾ ਹੀ ਨਹੀਂ ਹੈ,
ਉਹ ਤਾਂ ਕਹਿੰਦਾ ਤੇਰੀ ਡਿਮਾਂਡ ਆ ਭਾਈ, ਤੂੰ ਅਵਗੁਣ ਚਾਹੁੰਦਾ ਹੈ, ਅਵਗੁਣਾਂ ਦੇ ਵੱਲ ਤੂੰ ਚਾਹੁੰਦਾ ਹੈ, ਇਸ ਕਰਕੇ ਮੈਂ ਕੁਛ ਨਹੀਂ ਕਹਿੰਦਾ, ਤੈਨੂੰ ਦੇ ਰਿਹਾ, ਤੂੰ ਚੱਲੀ ਜਾ, ਮੇਰੀ ਖੇਡ ਬਣਾਈ ਹੋਈ ਹੈ। ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ। ਉਹ ਤਾਂ ਬੁਝਾਈ ਦੇ ਦਿੰਦਾ ਹੈ, ਜਿਹੜਾ ਬੁਝਣਾ ਚਾਹੁੰਦਾ ਹੈ, ਜਿਹੜਾ ਨਿਕਲਣਾ ਚਾਹੁੰਦਾ ਹੈ, ਜਿਹੜਾ ਕਹਿੰਦਾ ਬਾਪੂ ਮੈਂ ਸੜ ਗਿਆ, ਮੈਨੂੰ ਚੁੱਕ। ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ। ਗੁਰਮਤੀ ਸਦ ਮਨੇ ਵਸੈ, ਸੱਚ ਰਹੇ ਲਿਵ ਲਾਏ। ਫਿਰ ਉਹਨਾਂ ਨੂੰ ਗੁਰੂ ਦੀ ਮੱਤ ਦੇ ਦਿੰਦਾ ਹੈ, ਬ੍ਰਹਮ ਗਿਆਨ ਦੇ ਦਿੰਦਾ ਹੈ। ਬ੍ਰਹਮ ਗਿਆਨ ਦੇ ਦੁਆਰਾ ਉਹਨਾਂ ਦੇ ਮਨ ਦੇ ਵਿੱਚ ਵਸਦਾ ਹੈ ਹਮੇਸ਼ਾ। ਕਿਹਨਾਂ ਦੇ? ਸੱਚ ਰਹੇ ਲਿਵ ਲਾਏ, ਜਿਹੜੇ ਲਿਵ ਲਾ ਲੈਂਦੇ ਆ ਸੱਚ ਦੇ ਨਾਲ। ਮਨ ਮੇਰੇ ਗੁਰ ਕੀ ਮਨ ਲੈ ਰਜਾਏ। ਇਹ ਮੇਰੇ ਮਨਾ ਕਿਉਂ ਅੜਬੈਂਗ ਹੋ ਰਿਹਾ ਆ? ਮਨ ਗੁਰੂ ਦੀ ਗੱਲ ਮੰਨ ਲਾ, ਗੁਰੂ ਦੀ ਰਜਾ ਮੰਨ ਲਾ। ਮਨ ਤਨ ਸੀਤਲ ਸਭ ਥੀਐ, ਨਾਮ ਵਸੇ ਮਨ ਆਏ ਰਹਾਓ। ਮੰਨ ਲਾ ਉਸ ਸ਼ਬਦ ਨੂੰ, ਜੁੜ ਜਾ ਉਸ ਸ਼ਬਦ ਦੇ ਨਾਲ, ਫੜ ਲਾ ਉਸ ਧੁਨ ਨੂੰ। ਮਨ ਤਨ ਸਾਰਾ ਠੰਡਾ ਠਾਰ ਹੋ ਜਾਏਗਾ ਔਰ ਨਾਮ ਮਨ ਦੇ ਵਿੱਚ ਵਸ ਜਾਏਗਾ, ਤੇਰੇ ਅੰਮ੍ਰਿਤ ਰਸ ਪੀ ਲੇਗਾ। ਰਹਾਓ। ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ। ਜਿਸ ਮਾਲਕ ਪਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੋਈ ਆ, ਪੈਦਾ ਕਰਕੇ ਪਰਪਸ ਮਾਲਕ ਜਾਣਦਾ ਹੈ। ਸਾਰੀ ਸ੍ਰਿਸ਼ਟੀ ਨੂੰ ਧਾਰਿਆ ਹੋਇਆ, ਜਿਸਨੇ ਸਾਰੀ ਨੂੰ ਆਸਰਾ ਦਿੱਤਾ ਹੋਇਆ, ਉਹੀ ਸਾਰ ਕਰ ਰਿਹਾ ਹੈ, ਉਹੀ ਸੰਭਾਲ ਰਿਹਾ ਹੈ। ਗੁਰ ਕੈ ਸ਼ਬਦੇ ਪਛਾਣੀਐ, ਜਾਂ ਆਪੇ ਨਦਰ ਕਰੇ। ਜੇ ਉਹਦੇ ਨਾਲ ਪਛਾਣ ਕਰਨੀ ਆ, ਜੇ ਮਾਲਕ ਦੇ ਨਾਲ ਇੱਕ ਮਿਕ ਹੋਣਾ ਆ, ਤੇ ਪਿਆਰਿਆ ਫਿਰ ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਉਹਦੇ ਨਾਲ ਇੱਕ ਮਿਕ ਹੋਇਆ ਜਾ ਸਕਦਾ ਆ। ਗੁਰੂ ਦੀ ਮੱਤ ਲੈ ਕੇ ਉਸ ਸ਼ਬਦ ਤੱਕ ਪਹੁੰਚਣਾ ਪਊਗਾ, ਉਸ ਸ਼ਬਦ ਨੂੰ ਅੰਦਰ ਪ੍ਰਗਟ ਕਰਨਾ ਪਊਗਾ। ਗੁਰ ਕੇ ਸ਼ਬਦੇ ਪਛਾਣੀਏ, ਜਾਂ ਆਪੇ ਨਜ਼ਰ ਕਰੇ। ਮਾਲਕ ਪਰਮਾਤਮਾ ਮਿਹਰ ਕਰ ਦਿੰਦਾ ਹੈ, ਨਜ਼ਰ ਕਰ ਦਿੰਦਾ ਹੈ। ਸੇਜਨ ਸ਼ਬਦੇ ਸੋਹਣੇ ਤਿਤ ਸੱਚੇ ਦਰਬਾਰ। ਔਰ ਜਿਹੜੇ ਇਸ ਤਰੀਕੇ ਦੇ ਨਾਲ ਲਿਵ ਵਾਲੀ ਯਾਤਰਾ ਕਰਦੇ ਆ ਗੁਰੂ ਦੇ ਅਨੁਸਾਰ, ਕਹਿੰਦੇ ਉਸ ਹਮੇਸ਼ਾ ਸ਼ਬਦ ਦੇ ਦੁਆਰਾ ਸੋਹਣੇ ਹੋ ਜਾਂਦੇ ਆ, ਕਿਉਂਕਿ ਉਹਨਾਂ ਦੇ ਅੰਦਰ ਸ਼ਬਦ ਪ੍ਰਗਟ ਹੋ ਜਾਂਦਾ ਹੈ। ਮਾਲਕ ਪਰਮਾਤਮਾ ਦੇ ਦਰ ਤੇ ਪਹੁੰਚ ਜਾਂਦੇ, ਉਹਦੇ ਦਰਬਾਰ 'ਚ ਪਹੁੰਚ ਜਾਂਦੇ ਆ। ਗੁਰਮੁਖੇ ਸੱਚੇ ਸ਼ਬਦੇ ਰਤੇ। ਸ਼ਬਦ ਕਿਵੇਂ ਮਿਲਿਆ ਉਹਨਾਂ ਨੂੰ? ਗੁਰੂ ਦੇ ਦੁਆਰਾ ਮਿਲਿਆ ਉਹਨਾਂ ਨੂੰ ਸ਼ਬਦ। ਉਹ ਸੱਚੇ ਸ਼ਬਦ ਦੇ ਵਿੱਚ ਰਤੇ ਗਏ। ਉਹ ਆਪੇ ਮੇਲੇ ਕਰਤਾਰ। ਆਪ ਮਾਲਕ ਪਰਮਾਤਮਾ ਜਿਹੜਾ ਕਰਤਾਰ ਜਿਹੜਾ ਹੈਗਾ ਉਹਨਾਂ ਨੂੰ ਮਿਲਾ ਦਿੰਦਾ ਹੈ। ਗੁਰੂ ਵੀ ਉਹਨਾਂ ਨੇ ਗੁਰੂ ਨੂੰ ਉਹਨਾਂ ਨੇ ਮਿਲਾਇਆ, ਔਰ ਗੁਰੂ ਦੇ ਸ਼ਬਦ ਦੇ ਦੁਆਰਾ ਗੁਰੂ ਨੇ ਫਿਰ ਇੰਟਰਨ ਜਿਹੜਾ ਹੈਗਾ ਪਰਮਾਤਮਾ ਦੇ ਨਾਲ ਮਿਲਾਤਾ ਉਹਨਾਂ ਨੂੰ। ਕੈਸੀ ਵਧੀਆ ਗੇਮ ਹੈਗੀ ਆ। ਗੁਰਮਤੀ ਸੱਚ ਸਲਾਹਣਾ, ਜਿਸ ਦਾ ਅੰਤ ਨਾ ਪਾਰਾਵਾਰ। ਗੁਰੂ ਦੀ ਮੱਤ ਦੇ ਦੁਆਰਾ ਹੀ ਉਸ ਸੱਚ ਨੂੰ, ਉਸ ਮਾਲਕ ਪਰਮਾਤਮਾ ਨੂੰ ਸਲਾਹਿਆ ਜਾ ਸਕਦਾ ਹੈ, ਜਿਹਦਾ ਕਿ ਅੰਤ ਨਹੀਂ ਕੋਈ ਪਾ ਸਕਦਾ, ਕੋਈ ਪਾਰਾਵਾਰ ਨਹੀਂ ਪਾ ਸਕਦਾ। ਘਟ ਘਟ ਆਪੇ ਹੁਕਮੇ ਵਸੈ, ਹੁਕਮੇ ਕਰੇ ਵਿਚਾਰ। ਔਰ ਹਰੇਕ ਦੇ ਘਟ ਦੇ ਵਿੱਚ ਮਾਲਕ ਪਰਮਾਤਮਾ ਆਪ ਆਪਣੇ ਹੁਕਮ ਦੇ ਦੁਆਰਾ, ਮਾਲਕ ਆਪਣੀ ਖੇਡ ਦੇ ਦੁਆਰਾ ਹਰੇਕ ਘਟ ਦੇ ਵਿੱਚ ਵਸ ਰਿਹਾ ਹੈ, ਔਰ ਆਪਣੇ ਹੁਕਮ ਦੇ ਦੁਆਰਾ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ ਉਹਦਾ ਵਿਚਾਰ, ਉਹਦਾ ਕੰਟਰੋਲ ਉਹ ਮਾਲਕ ਕਰ ਰਿਹਾ ਹੈ। ਗੁਰ ਸ਼ਬਦੀ ਸਲਾਹੀ ਹੈ, ਹਉਮੈ ਵਿੱਚੋਂ ਖੋਏ। ਕਹਿੰਦੇ ਜੇ ਉਸ ਮਾਲਕ ਪਰਮਾਤਮਾ ਨੂੰ ਸਲਾਉਣਾ ਚਾਹੁੰਦਾ ਹੈ, ਪਿਆਰਿਆ ਭਗਤੀ ਕਰਨਾ ਚਾਹੁੰਦਾ ਹੈ, ਤੇ ਉਸ ਸ਼ਬਦ ਦੇ ਦੁਆਰਾ ਸਲਾਹਿਆ ਜਾ ਸਕਦਾ ਹੈ। ਉਸ ਸ਼ਬਦ ਨੂੰ ਜਿਹੜਾ ਹੈਗਾ ਆਪਣੇ ਅੰਦਰ ਪ੍ਰਗਟ ਕਰ। ਗੁਰ ਸ਼ਬਦੀ ਸਲਾਹੀ ਹੈ, ਹਉਮੈ ਵਿੱਚੋਂ ਖੋਏ। ਗੁਰ ਸ਼ਬਦੀ ਲਿਖਿਆ, ਗੁਰ ਦਾ ਮਤਲਬ ਹੈਗਾ ਗਿਆਨ, ਸ਼ਬਦ ਦਾ ਮਤਲਬ ਹੈਗਾ ਉਹ ਧੁਨ। ਗੁਰ ਸ਼ਬਦੀ ਸਲਾਹੀ ਹੈ, 1430 ਅੰਗ ਗੁਰੂ ਹੈਗੇ, ਔਰ ਇਹ ਜੋ ਸ਼ਬਦ ਨੂੰ ਬੁਝਾਉਂਦੇ ਆ ਉਹ ਸ਼ਬਦ ਹੈਗਾ, ਜਿਹਦੇ ਦੁਆਰਾ ਯਾਤਰਾ ਕਰਨੀ ਹੈ, ਜਿਹਦੇ ਦੁਆਰਾ ਸਲਾਹਣਾ ਹੈ ਪਰਮੇਸ਼ਰ ਨੂੰ। ਗੁਰ ਸ਼ਬਦੀ ਸਲਾਹੀ ਹੈ, ਹਉਮੈ ਵਿੱਚੋਂ ਜਾਏ, ਤਾਂ ਹਉਮੈ ਜਾਏਗੀ ਭਾਈ, ਤਾਂ ਹਉਮੈ ਜਾਏਗੀ। ਹੋਰ ਕੋਈ ਤਰੀਕਾ ਨਹੀਂ ਹੈਗਾ। ਸਾਤਨ ਨਾਮੇ ਬਾਰੀ, ਅਵਗਣਵੰਤੀ ਰੋਏ। ਤੇ ਨਹੀਂ ਜਿਹੜੇ ਮਨ ਦੇ ਅਵਗੁਣਾਂ ਦੇ ਵਿੱਚ ਹੀ ਜਿਹੜਾ ਰਹਿਣਾ ਚਾਹੁੰਦੇ ਆ, ਨਹੀਂ ਗੁਰੂ ਦੇ ਸ਼ਬਦ ਦੇ ਦੁਆਰਾ ਸਲਾਉਂਦੇ, ਨਾਮ ਤੋਂ ਬਾਹਰੀ, ਉਸ ਸ਼ਬਦ ਤੋਂ ਬਾਹਰੀ, ਕਹਿੰਦੇ ਫਿਰ ਅਵਗੁਣਾਂ ਦੇ ਵਿੱਚ ਜਿਹੜੀ ਹੈਗੀ ਦੁਖੀ ਹੁੰਦੀ ਹੈ। ਸੱਚ ਸਲਾਹੀ ਸੱਚੇ ਲਗਾ, ਸੱਚੇ ਨਾਏ ਤ੍ਰਿਪਤ ਹੋਏ। हे ਮੇਰੇ ਮਾਲਕਾ, ਕਿਰਪਾ ਕਰ, ਮੈਂ
ਸੱਚ ਦੇ ਨਾਲ ਤੈਨੂੰ ਸਲਾਵਾਂ, ਉਸ ਸ਼ਬਦ ਦੇ ਦੁਆਰਾ ਤੈਨੂੰ ਸਲਾਵਾਂ, ਸੱਚ ਦੇ ਨਾਲ ਜੁੜ ਜਾਵਾਂ ਔਰ ਸੱਚੇ ਨਾਮ ਦੇ ਦੁਆਰਾ ਮੈਂ ਵੀ ਤ੍ਰਿਪਤ ਹੋ ਜਾ, ਮੇਰੇ ਅੰਦਰ ਵੀ ਅੰਮ੍ਰਿਤ ਆ ਜਾਏ। ਗੁਣ ਵਿਚਾਰੀ ਗੁਣ ਸੰਗਰਾਂ, ਅਵਗੁਣ ਕੱਢਾਂ ਥੋਏ। ਮੈਨੂੰ ਗੁਰੂ ਦੀ ਮੱਤ ਦੇ, ਮੈਂ ਗੁਰੂ ਦੀ ਮੱਤ ਤੋਂ ਗੁਣਾਂ ਨੂੰ ਵਿਚਾਰ ਸਕਾਂ, ਗੁਣਾਂ ਨੂੰ ਇਕੱਠੇ ਕਰਾਂ ਤੇ ਅਵਗੁਣ ਮੇਰੇ ਅੰਦਰੋਂ ਜਿਹੜੇ ਹੈਗੇ ਧੋ ਕੇ ਕੱਢ ਦੇਵਾਂ ਅਵਗੁਣਾਂ ਨੂੰ। ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ। ਮਾਲਕ ਪਰਮਾਤਮਾ ਜਿਨ੍ਹਾਂ ਦੀ ਡਿਮਾਂਡ ਹੁੰਦੀ ਆ, ਆਪ ਉਹਨਾਂ ਨੂੰ ਗੁਰੂ ਨੂੰ ਮਿਲਾ ਦਿੰਦਾ ਹੈ ਔਰ ਗੁਰੂ ਨੂੰ ਮਿਲਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਫਿਰ ਜਿਹੜਾ ਹੈਗਾ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ। ਨਾਨਕ ਗੁਰ ਸਲਾਹੀ ਆਪਣਾ, ਜਿਦੋਂ ਪਾਈ ਪ੍ਰਭ ਸੋਏ। ਇਸ ਕਰਕੇ ਮੈਂ ਆਪਣੇ ਗੁਰੂ ਨੂੰ ਸਲਾਹੁਣਾ ਆ। ਨਾਨਕ ਗੁਰ ਸਲਾਹੀ ਆਪਣਾ, ਆਪਣੇ ਗੁਰੂ ਨੂੰ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਜਿਹੜੇ ਹੈਗੇ, ਪਰਮੇਸ਼ਰ ਨੂੰ ਸਲਾਹੁਣਾ ਜਿਹੜਾ ਹੈਗਾ ਉਹ ਧਿਆਨ ਸਿਮਰਨ ਦੇ ਦੁਆਰਾ ਸਲਾਹੁਣਾ ਹੈ, ਭਾਈ ਉਸ ਧੁਨ ਦੇ ਦੁਆਰਾ ਸਲਾਹੁਣਾ ਹੈ। ਨਾਨਕ ਗੁਰ ਸੋ ਸ਼ਬਦ ਦੇ ਦੁਆਰਾ ਸਲਾਹੁਣਾ ਹੈ। ਨਾਨਕ ਗੁਰ ਸਲਾਹੀ ਸਦਾ, ਗੁਰ ਸਲਾਹੀ ਆਪਣਾ, ਜਿਦੋਂ ਪਾਈ ਪ੍ਰਭ ਸੋਏ। ਔਰ ਉਸ ਮਾਲਕ ਪਰਮਾਤਮਾ ਦਾ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। श्री राग महला तीजा। सुने सुने काम गहे लिए, क्या चले बाह लुटाए। हो इंसान सुन ला प्यारिया, सुन ला। कित्थे ਜਿਹੜਾ ਹੈਗਾ ਕਾਮ ਦੇ ਵਿੱਚ ਫਸਿਆ ਪਿਆ ਆ, ਕਾਮ ਦੇ ਵਿੱਚ ਗਲਤਾਨ ਹੋਇਆ ਪਿਆ ਆ। ਸੁਣ ਸੁਣ ਕਾਮ ਗਏ ਲੀਏ, ਕਿਆ ਚੱਲੇ ਬਾਹ ਲੁੜਾਏ। ਕੀ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਦੁਨੀਆ ਦੇ ਭੋਗ ਵਿਲਾਸ ਦੇ ਵਿੱਚ, ਦੁਨੀਆ ਦੇ ਜਿਹੜੇ ਹੈਗੇ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਪੂਰਾ ਮਸਤ ਹੋਇਆ ਪਿਆ ਆ। ਤੈਨੂੰ ਜਰਾ ਵੀ ਜਿਹੜਾ ਹੈਗਾ ਕੋਈ ਸੋਝੀ ਨਹੀਂ ਹੈ, ਬੇਫਿਕਰ ਜਿਹੜਾ ਹੈਗਾ, ਬੜੀ ਖੁਸ਼ੀ ਜਿਹੜਾ ਹੈਗਾ ਜਿਹੜੇ ਚੋਗੇ ਦੇ ਉੱਤੇ ਡਿੱਗਿਆ ਪਿਆ ਆ। ਸੁਣ ਸੁਣ ਕਾਮ ਗਏ ਲੀਏ, ਕਿਆ ਚੱਲੇ ਬਾਹ ਲੁੜਾਏ। ਬਾਹ ਲੁੜਾਏ ਦਾ ਮਤਲਬ ਆ ਬਈ ਬੇਫਿਕਰ, ਕੋਈ ਫਿਕਰ ਨਹੀਂ ਹੈ ਮੌਤ ਦੀ, ਮਰਨਾ ਵੀ ਹੈ ਕੋਈ ਪਤਾ ਨਹੀਂ ਹੈਗਾ, ਸਰੀਰ ਨੇ ਨਸ਼ਟ ਵੀ ਹੋਣਾ ਹੈ, ਸਰੀਰ ਨੇ ਕਮਜ਼ੋਰ ਵੀ ਹੋਣਾ ਹੈ, ਕੋਈ ਚਿੰਤਾ ਨਹੀਂ। ਸੁਣ ਲਾ ਪਿਆਰਿਆ, ਸੁਣ ਲਾ। ਕਾਮ ਗਏ ਲੀਏ, ਕਿਆ ਚੱਲਨੇ ਬਾਹ ਲੁੜਾਏ। ਆਪਣਾ ਫਿਰ ਨਾ ਪਛਾਣੇ, ਕਿਆ ਮੂੰਹ ਦੇ ਸੇ ਜਾਏ। ਨਹੀਂ ਮਾਲਕ ਪਰਮਾਤਮਾ ਦੇ ਨਾਲ ਜਾਣਕਾਰੀ ਮਾਲਕ ਨੂੰ ਨਹੀਂ ਇਹ ਗੱਲ ਬੁੱਝ ਰਹੀ। ਤੂੰ ਕੀ ਮੂੰਹ ਦਿਖਾਏਂਗੀ ਅੱਗੇ ਜਾ ਕੇ, ਕੀ ਕਹੇਂਗੇ ਉੱਥੇ ਧਰਮਰਾਜ ਨੂੰ। ਆਪਣਾ ਪੇਰ ਨਾ ਪਛਾਣੇ, ਕਿਆ ਮੂੰਹ ਦੇ ਸੇ ਜਾਏ। ਜਿਨੀ ਸਕੀ ਕੰਤ ਪਛਾਣਿਆ, ਹੁਣ ਤਿਨ ਕੇ ਲਾਗੋਂ ਪਾਏ। ਇਸ ਕਰਕੇ ਮੈਂ ਤਾਂ ਭਾਈ, ਜਿਨ੍ਹਾਂ ਨੇ ਮੇਰੀਆਂ ਸਹੇਲੀਆਂ ਨੇ ਉਸ ਮਾਲਕ ਪਰਮਾਤਮਾ ਨੂੰ ਪਛਾਣ ਲਿਆ, ਮੈਂ ਤਾਂ ਉਹਨਾਂ ਦੇ ਪੈਰੀ ਪੈਂਦੀ ਆ, ਉਹਨਾਂ ਦੇ ਪੈਰ ਫੜਦੀ ਆ। ਔਰ ਦੇਖ ਲਓ ਆਪਾਂ ਨੂੰ ਕਿਤੇ ਬਾਹਰ ਲੱਭਣ ਦੀ ਲੋੜ ਨਹੀਂ। ਇਹ ਮਹਾਰਾਜ ਨੇ ਜਿਹੜੀ ਹੈਗੇ ਆ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਗੁਰਮਤਿ ਦੇ ਵਿੱਚ ਸਾਰੀਆਂ ਸਖੀਆਂ ਹੀ ਹੈਗੀਆਂ ਭਾਈ। ਇਹਨਾਂ ਨੇ ਪਛਾਣਿਆ ਮਾਲਕ ਪਰਮਾਤਮਾ ਨੂੰ, ਇਹਨਾਂ ਦੇ ਪੈਰ ਫੜ ਲਈਏ ਬਹੁਤ ਹੈ। ਜਿਨੀ ਸਖੀ ਕੰਤ ਪਛਾਣਿਆ, ਹੁਣ ਤਿਨ ਕੇ ਲਾਗੋਂ ਪਾਏ। ਤਿਨਹੀ ਜੈਸੀ ਥੀ ਰਹਾ, ਸਤ ਸੰਗਤ ਮੇਲ ਮਿਲਾਏ। ਕਹਿੰਦੇ ਉਹਨਾਂ ਦੀ ਜੈਸੀ ਹੋ ਜਾਵਾਂ ਮੈਂ ਵੀ। ਮੈਨੂੰ ਜਿਹੜਾ ਹੈਗਾ ਸਤ ਸੰਗਤ ਦੇ ਵਿੱਚ, ਮੈਂ ਆਪਣੇ ਆਪ ਨੂੰ ਸਤ ਸੰਗਤ ਦੇ ਵਿੱਚ, ਸਤਸੰਗੀਆਂ ਦੇ ਵਿੱਚ ਮਿਲ ਕੇ ਉਹਨਾਂ ਦੀ ਸੰਗਤ ਕਰਾਂ। ਮੈਨੂੰ ਸਤ ਸੰਗਤ ਦੇ, ਮੈਂ ਸਤ ਸੰਗਤ ਦੇ ਵਿੱਚ ਮਿਲਾਂ। ਮੁੰਡੇ ਕੂੜ ਮੁੱਠੀ ਕੁੜਿਆਰ, ਇਹ ਸੋਹਣੀਏ ਜੀਵ ਇਸਤਰੀਏ ਝੂਠ ਦੇ ਨਾਲ ਲੱਗੀ ਹੋਈਆਂ, ਠੱਗੀ ਜਾ ਰਹੀਆਂ ਇਸ ਝੂਠ ਦੇ ਨਾਲ, ਪੂਰੇ ਝੂਠ ਦਾ ਰੂਪ ਬਣੀ ਹੋਈਆਂ ਕੁੜਿਆਰ। ਫਿਰ ਪ੍ਰਭ ਸਾਚਾ ਸੋਹਣਾ, ਪਾਈਏ ਗੁਰ ਵਿਚਾਰ ਰਹਾ। ਉਹ ਪਰਮਾਤਮਾ ਸੱਚਾ ਹੈਗਾ ਔਰ ਸੋਹਣਾ ਹੈਗਾ ਤੇ ਉਹਨੂੰ ਪਾਇਆ ਜਾਣਾ ਹੈ ਜੇ ਤੂੰ ਗੁਰੂ ਨੂੰ ਵਿਚਾਰ ਕਰ ਲਏਗਾ ਤੇ, ਜੇ ਤੂੰ ਗੁਰੂ ਨੂੰ ਵਿਚਾਰ ਕਰ ਲਏਂਗੀ ਤੇ। ਰਹਾਓ ਮਨਮੁਖੇ ਕੰਤ ਨਾ ਪਛਾਣੀ, ਤਿਨ ਕਿਉਂ ਰਹਿਣ ਵਿਹਾਏ। ਪਰ ਕਹਿੰਦੇ ਮਨ ਦੇ ਪਿੱਛੇ ਚੱਲ ਰਹੀ ਆ ਤੇ ਪਰਮਾਤਮਾ ਨੂੰ ਤਾਂ ਪਛਾਣ ਨਹੀਂ ਸਕਦੀ। ਤੇ ਤਿਨ ਕਿਉਂ ਰਹਿਣ ਵਿਹਾਏ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜੀਵਨ ਯਾਤਰਾ ਜਿਹੜੀ ਹੁੰਦੀ ਆ
ਕਿਵੇਂ ਉਹਨਾਂ ਦੀ ਉਮਰ ਗੁਜ਼ਰ ਜਾਂਦੀ ਹੈ। ਕਹਿੰਦੇ ਪਤਾ ਨਹੀਂ ਕਿਸ ਤਰ੍ਹਾਂ ਜਿਹੜਾ ਹੈਗਾ ਮਨ ਦੇ ਵਿੱਚ ਚੱਲ ਕੇ ਜਿਹੜੇ ਹੈਗੇ ਆ ਇਹ ਦੁੱਖਾਂ ਦੇ ਵਿੱਚ ਕਿਵੇਂ ਆਪਣੀ ਰਾਤ ਗੁਜ਼ਾਰਦੀਆਂ ਆ। ਉਹ ਮਨਮੁਖੇ ਕੰਤ ਨਾ ਪਛਾਣੀ, ਦਿਨ ਕਿਉਂ ਰਹਿਣ ਵਿਹਾਏ, ਗਰਭੇ ਅਟੀਆਂ ਤ੍ਰਿਸ਼ਨਾ ਜਲੈ, ਦੁੱਖ ਪਾਵੇਂ ਦੂਜੇ ਪਾਏ। ਕਹਿੰਦੇ ਗਰਭ ਦੇ ਵਿੱਚ ਪੂਰੀ ਹੰਕਾਰ ਦੇ ਵਿੱਚ ਅਟੀਆਂ ਪਈਆਂ, ਪੂਰੀਆਂ ਸੁਣਦੀਆਂ ਹੀ ਨਹੀਂ ਕਿਸੇ ਦੀ ਗੱਲ। ਔਰ ਤ੍ਰਿਸ਼ਨਾ ਇੰਨੇ ਪਦਾਰਥਾਂ ਦੀ ਖਿੱਚ, ਸਵਾਦਾਂ ਦੀ ਖਿੱਚ, ਕਾਮ ਦੀ ਖਿੱਚ, ਕਹਿੰਦੇ ਇਹਦੇ ਵਿੱਚ ਜਲਦੀਆਂ ਆ। ਦੁੱਖ ਪਾਵੇਂ ਦੂਜੇ ਪਾਏ, ਦੁਖੀ ਹੁੰਦੀਆਂ ਹੈ, ਡੁਆਲਿਟੀ ਹੈ, ਦੂਸਰਾ ਭਾਵ ਹੈ ਜੋ ਮਾਇਆ ਹੈਗੀ ਉਹਨੂੰ ਹੀ ਸੱਚ ਮੰਨਿਆ ਹੋਇਆ ਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਸ਼ਬਦੇ ਰਤੀਆਂ ਸੁਹਾਗਣੀ, ਤਿੰਨ ਵਿੱਚੋਂ ਹਉਮੈ ਜਾਏ। ਕਹਿੰਦੇ ਸੁਹਾਗਣਾ ਜਿਹੜੀਆਂ ਹੈਗੀਆਂ ਉਹ ਸ਼ਬਦ ਦੇ ਵਿੱਚ ਰਤੀਆਂ ਹੁੰਦੀਆਂ ਹੈ। ਕਹਿੰਦੇ ਉਹਨਾਂ ਦੀ ਹਉਮੈ, ਉਹ ਆਪਣੀ ਹਉਮੈ ਦੂਰ ਕਰ ਲੈਂਦੀਆਂ, ਉਹਨਾਂ ਦੇ ਵਿੱਚੋਂ ਹਉਮੈ ਚਲੇ ਜਾਂਦੀ ਹੈ ਸ਼ਬਦ ਦੇ ਦੁਆਰਾ ਹੀ, ਸ਼ਬਦ ਅਭਿਆਸ ਦੇ ਦੁਆਰਾ। ਸਦਾ ਫਿਰ ਆਵੇਂ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਉਹ ਆਪਣੇ ਪਤੀ ਪਰਮਾਤਮਾ ਨੂੰ ਰਾਬਦੀਆਂ ਆ, ਮਾਲਕ ਦਾ ਸਾਥ ਮਾਣਦੀਆਂ ਆ, ਔਰ ਸੁਖੇ ਸੁਖ ਦੇ ਵਿੱਚ ਉਹਨਾਂ ਦੀ ਉਮਰ ਗੁਜ਼ਰਦੀ ਹੈ। ਦੋਨੋਂ ਕੰਪੇਅਰ ਕਰਤੇ, ਦੋਨਾਂ ਦੇ ਬਾਰੇ ਦੱਸ ਦਿੱਤਾ। ਮਨਮੁਖ ਦੇ ਬਾਰੇ ਵੀ ਦੱਸ ਦਿੱਤਾ ਵੀ ਉਹਨਾਂ ਦੀ ਰਾਤ ਕਿਵੇਂ ਗੁਜ਼ਰਦੀ ਹੈ, ਔਰ ਜਿਹੜੀਆਂ ਗੁਰਮੁਖ ਹੈਗੀਆਂ, ਜਿਹੜੀਆਂ ਗੁਰੂ ਦੇ ਅਨੁਸਾਰ ਚੱਲਦੇ ਆ, ਉਹਨਾਂ ਦੇ ਬਾਰੇ ਵੀ ਦੱਸ ਦਿੱਤਾ ਉਹਨਾਂ ਦੀ ਰਾਤ ਕਿਵੇਂ ਗੁਜ਼ਰਦੀ ਆ। ਉਹ ਦੁੱਖ 'ਚ ਜਾਂਦੀ ਆ, ਇਹਨਾਂ ਦੀ ਸੁੱਖ 'ਚ ਜਾਂਦੀ ਹੈ। ਤੀਸਰਾ ਬੰਦ ਆ ਗਿਆ, ਗਿਆਨ ਵਿਹੂਣੀ ਪਿਰ ਮੁਤੀਆ, ਪਿਰਮ ਨਾ ਪਾਇਆ ਜਾਏ। ਕਹਿੰਦੇ ਗੁਰੂ ਦਾ ਗਿਆਨ ਹੈ ਨੀਗਾ, ਸ਼ਬਦ ਨੂੰ ਨਹੀਂ ਪ੍ਰਗਟ ਕੀਤਾ, ਸ਼ਬਦ ਨੂੰ ਨਹੀਂ ਬੁੱਝਿਆ। ਪਰਮਾਤਮਾ ਤੋਂ ਜਿਹੜੀ ਹੈਗੀ ਆ ਮੁਤੀਆ, ਮਤਲਬ ਜਿਹੜੀ ਹੈਗੀ ਆ ਉਹ ਮੁਤੀਆ ਕਹਿੰਦੇ ਆ ਦੁਹਾਗਣ ਹੈਗੀ ਆ, ਨਹੀਂ ਪਤੀ ਦਾ ਸਾਥ, ਪਿਰਮ ਨਾ ਪਾਇਆ ਜਾਏ। ਔਰ ਪਿਆਰ ਹੀ ਨਹੀਂ, ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਬਣ ਸਕਦਾ। ਪਿਰਮ ਕਹਿੰਦੇ ਆ ਪਿਆਰ। ਗਿਆਨ ਤੋਂ ਸਕਣੀ ਹੈਗੀ, ਪਰਮਾਤਮਾ ਤੋਂ ਛੁੱਟੀ ਹੋਈ ਹੈ, ਛੁੱਟੜ ਹੈਗੀ ਆ। ਪਿਰਮ ਨਾ ਪਾਇਆ ਜਾਏ, ਨਾ ਪਿਆਰ ਹੀ ਨਹੀਂ ਪਾਇਆ ਜਾ ਸਕਦਾ। ਕਿਉਂ? ਅਗਿਆਨ ਮਤੀ ਅੰਧੇਰਾ ਹੈ, ਬਿਨ ਫਿਰ ਦੇਖੇ ਭੁੱਖ ਨਾ ਜਾਏ। ਕਹਿੰਦੇ ਅਗਿਆਨ ਵਾਲੀ ਮੱਤ ਆ, ਗੁਰੂ ਵਾਲੀ ਮੱਤ ਲੈਂਦੀ ਨਹੀਂ ਹੈ, ਹਨੇਰੇ 'ਚ ਹੀ ਰਹਿੰਦੀ ਹੈ, ਹਨੇਰੇ 'ਚ ਹੀ ਹੈਗੀ ਆ। ਔਰ ਪਰਮਾਤਮਾ ਨੂੰ ਦੇਖੇ ਬਗੈਰ ਭੁੱਖ ਉਤਰ ਨਹੀਂ ਸਕਦੀ, ਕਿਉਂਕਿ ਮਾਲਕ ਨੇ ਖੇੜਾ ਐਸੀ ਪਾਈ ਹੋਈ ਹੈ, ਇਹ ਭੁੱਖ ਜਾਣੀ ਨਹੀਂ ਹੈ। ਇਹ ਸਵਾਦਾਂ ਦੇ ਵਿੱਚ ਆਪਾਂ ਸੋਚਦੇ ਹਾਂ ਭੁੱਖ ਜਾਏ, ਭੁੱਖ ਤਾਂ ਹੋਰ ਵੱਧਦੀ ਆ। ਜਿਹੜੀ ਦੇਖ ਲਓ ਭਾਈ, ਜਿੰਨੀ ਕੁ ਉਮਰ ਗੁਜ਼ਰ ਗਈ ਹੈ, ਉਹ ਸਵਾਦਾਂ ਦੇ ਵਿੱਚ ਕਦੀ ਭੁੱਖ ਗਈ ਹੋਏ ਕਿਸੇ ਦੀ ਤੇ ਦੱਸ ਦੋ। ਅਗਿਆਨ ਮਤੀ ਅੰਧੇਰਾ ਹੈ, ਬਿਨ ਫਿਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲਿਓ, ਮੈਂ ਫਿਰ ਦਿਓ ਮਿਲਾਏ। ਹੇ ਮੇਰੀਓ ਸਖੀਓ, ਹੇ ਮੇਰੀਓ ਸਹੇਲਿਓ, ਮੈਨੂੰ ਪਰਮਾਤਮਾ ਨੂੰ ਮਿਲਾ ਦਿਓ। ਤੁਸੀਂ ਮਾਲਕ ਨੂੰ ਪਾਇਆ ਆ, ਮੈਨੂੰ ਵੀ ਮੱਤ ਦੇ ਦਿਓ। ਪੂਰੇ ਭਾਗ ਸਤਿਗੁਰ ਮਿਲੈ, ਫਿਰ ਪਾਇਆ ਸੱਚੇ ਸਮਾਏ। ਜਿਨ੍ਹਾਂ ਦੇ ਭਾਗ ਪੂਰੇ ਜਾਗ ਜਾਂਦੇ ਆ, ਉਹਨਾਂ ਨੂੰ ਜਿਹੜਾ ਹੈਗਾ ਸਤਿਗੁਰੂ ਮਿਲ ਜਾਂਦਾ ਹੈ, ਪਰਮਾਤਮਾ ਮਿਲਾ ਜਾਂਦਾ ਹੈ। ਔਰ ਉਹ ਫਿਰ ਸਤਿਗੁਰੂ ਦੇ ਅਨੁਸਾਰ ਚੱਲ ਕੇ ਪਰਮਾਤਮਾ ਨੂੰ ਪਾ ਲੈਂਦੀਆਂ ਹੈ, ਸੱਚ ਦੇ ਵਿੱਚ ਸਮਾਈ ਹੋ ਜਾਂਦੀ ਹੈ ਉਹਨਾਂ ਦੀ। ਸੇ ਸਈਆਂ ਸੁਹਾਗਣੀ, ਜਿਨ ਕੋ ਨਜ਼ਰ ਕਰੇ। ਉਹ ਜੀਵ ਇਸਤਰੀਆਂ, ਸਹੇਲੀਆਂ ਸੁਹਾਗਣਾ ਹੈਗੀਆਂ, ਜਿਨ੍ਹਾਂ ਤੇ ਮਾਲਕ ਪਰਮਾਤਮਾ ਨੇ ਮਿਹਰ ਕਰ ਦਿੱਤੀ। ਕਿਵੇਂ ਮਿਹਰ ਕਰ ਦਿੱਤੀ? ਕੀ ਕੀਤਾ ਉਹਨਾਂ ਨੇ? ਖਸਮ ਪਛਾਣੇ ਆਪਣਾ, ਤਨ ਮਨ ਆਗੇ ਦੇ। ਉਹਨਾਂ ਨੇ ਆਪਣੇ ਖਸਮ ਨੂੰ ਪਛਾਣ ਲਿਆ, ਉਹਨਾਂ ਨੇ ਬੁੱਝ ਲਿਆ ਬਈ ਮਾਲਕ ਪਰਮਾਤਮਾ ਦੁਨੀਆ ਦੇ ਵਿੱਚ ਆਏ ਆ ਤੇ ਇਸ ਕੰਮ ਦੇ ਵਾਸਤੇ ਆਏ ਆ। ਕਈ ਪ੍ਰਾਪਤ ਮਨੁੱਖ ਦੇ ਉਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਉਹਨਾਂ ਨੇ ਆਪਣੇ ਖਸਮ ਨੂੰ ਪਛਾਣ ਲਿਆ, ਔਰ ਤਨ ਵੀ ਔਰ ਮਨ ਵੀ, ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ ਦੇ ਦੁਆਰਾ ਭਗਤੀ ਕਰਨ ਲੱਗ ਪਈਆਂ। ਕਰੇ ਵਰ ਪਾਇਆ ਆਪਣਾ, ਹਉਮੈ ਦੂਰ ਕਰੇ। ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ, ਹਿਰਦੇ ਘਰ ਦੇ ਵਿੱਚ ਹੀ ਉਹ ਵਰ ਪਰਮਾਤਮਾ ਪਾ ਲਿਆ, ਔਰ ਉਹਨਾਂ ਦੀ ਹਉਮੈ ਜਿਹੜੀ ਹੈ, ਜਿਨ੍ਹਾਂ ਨੇ ਆਪਣੀ ਹਉਮੈ ਦੂਰ ਕਰ ਲਈ ਸ਼ਬਦ ਅਭਿਆਸ ਦੇ ਦੁਆਰਾ। ਨਾਨਕ ਸੋਭਾਵੰਤੀਆਂ ਸੁਹਾਗਣੀ, ਅੰਧਿਨ ਭਗਤ ਕਰੇ। ਕਿਵੇਂ ਕਰ ਲਿਆ? ਕੀ ਕਰਦੀਆਂ ਸੀ ਉਹ? ਕਹਿੰਦੇ ਸੋਭਾਵੰਤੀਆਂ ਸੀ, ਸੋਭਾਵਾਨ ਹੋ ਗਈਆਂ, ਲੋਕ ਪਰਲੋਕ 'ਚ ਸੋਭਾ ਹੋ ਗਈ ਉਹਨਾਂ ਦੀ, ਸੁਹਾਗਣਾ ਹੋ ਗਈਆਂ। ਔਰ ਅੰਧਿਨ ਜਿਹੜਾ ਹੈਗਾ, ਇਹ ਧਿਆਨ ਸਿਮਰਨ ਜਿਹੜਾ ਹੈਗਾ, ਇਹ ਭਗਤੀ ਕਰਦੀਆਂ। ਇਹ ਜੀ 28 ਹੋ ਗਏ, 31 ਹੈਗੇ।
ਮਹਾਰਾਜ ਮਿਹਰ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।